ਨਾਨਕ ਪਦ ਪੰਕਜ ਬੰਦਨ, ਪਦ ਪੰਕਜ ਬੰਦਨ। ਸਿਮਰੋ ਅੰਗਦ ਦੋਖ ਨਿਕੰਦਨ। ਅਮਰਦਾਸ ਗੁਰ ਹਿਰਦੈ ਨਿਤ ਧਿਆਵੋ ਜੀ, ਹਿਰਦੈ ਨਿਤ ਧਿਆਵੋ। ਸ੍ਰੀ ਗੁਰ ਰਾਮਦਾਸ ਗੁਣ ਗਾਵੋ। ਸ੍ਰੀ ਅਰਜਨ ਬਿਗਨਨ ਕੇ ਨਾਸਕ, ਬਿਗਨਨ ਕੇ ਨਾਸਕ। ਹਰ ਗੋਬਿੰਦ ਸੁਭ ਸੁਮਤ ਪ੍ਰਕਾਸ਼ਕ। ਸ੍ਰੀ ਹਰਿ ਰਾਇ ਨਮੋ ਕਰ ਜੋਰੀ, ਨਮੋ ਕਰ ਜੋਰੀ। ਗੁਰ ਹਰਿ ਕ੍ਰਿਸ਼ਨ ਮਨਾਏ ਬਹੋਰੀ। ਤੇਗ ਬਹਾਦਰ ਪਰਮ ਕਿਰਪਾਲਾ ਜੀ, ਪਰਮ ਕਿਰਪਾਲਾ। ਸ੍ਰੀ ਗੁਰ ਗੋਬਿੰਦ ਸਿੰਘ ਬਿਸਾਲਾ। ਤਰੋਂ ਤਰਾ ਪਰ ਪੁਨ ਪੁਨ ਸੀਸਾ ਜੀ, ਪੁਨ ਪੁਨ ਸੀਸਾ। ਬੰਦੋ ਬਾਰ ਬਾਰ ਜਗਦੀਸਾ। ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਣਿਕ ਭਗਤ ਵੈਰਾਗ। ਗੁਰੂ ਗ੍ਰੰਥ ਸਾਹਿਬ ਉਦਦ, ਬੰਦੋ ਕਰ ਅਨਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ, ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ, ਸਿਰ ਚਰਨਨ ਪਰ ਧਾਰ। ਏਕ ਓੰਕਾਰਾ ਸਤਿਗੁਰੂ, ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ, ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ, ਵਿਘਨ ਵਿਨਾਸ਼ਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕਬਿਤ ਨਿਤ ਹੀ ਭਗਤ ਰਤ, ਨਾਮ ਕੀਨੋ ਬ੍ਰਿਤ ਚਿਤ। ਸੰਤਨ ਸੋਹਿਤ ਅਤ, ਸੰਤ ਸਿੰਘ ਨਾਮ ਹੈ। ਸੁਜਾਨ ਦਿਆਲ ਧੀਰ, ਧਰਮ ਵਿਸਾਲ ਧਰ। ਜਾਸ ਬੈਸ ਬਾਲਹੂੰ, ਤੇ ਭਜਨ ਸੁਕਾਮ ਹੈ। ਜਾਕੇ ਚਰਨੋਦਕ ਕੀ, ਬੂੰਦ ਮੈਂ ਬਦਨ ਪਾਏ। ਸੁਮਤ ਸਦਨ ਭਇਓ, ਕਦਨ ਬਿਰਾਮ ਹੈ। ਤਾਕੇ ਅਰਬਿੰਦ ਪਦ, ਸੁੰਦਰ ਮੁਕੰਦ ਦੁੰਦ। ਬੰਦ ਕਰ ਬੰਦਨਾ ਸਦਾ, ਮੈਂ ਸੁਖ ਤਾਮ ਹੈ। ਨਿਤ ਹੀ ਭਗਤ ਰਤ, ਨਾਮ ਕੀਨੋ ਬ੍ਰਿਤ ਚਿਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਤਸਲ, ਪੂਰਨ ਪਰਮੇਸ਼ਰ, ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ। ਪੰਥ ਦੇ ਵਾਲੀ, ਅੰਮ੍ਰਿਤ ਕੇ ਦਾਤੇ, ਸਾਹਿਬ ਕਮਾਲ, ਵਾਲੀਏ ਦੋ ਜਹਾਨ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਦਸੇ ਗੁਰੂ ਸਾਹਿਬਾਨਾਂ ਦੀ ਆਤਮਕ ਜੋਤ, ਜਾਗਦੀ ਜੋਤ। ਚਵਰ ਛਤਰ ਸਿੰਘਾਸਣ, ਤਖਤ ਦੇ ਮਾਲਕ, ਜੁਗੋ ਜੁਗ ਅਟਲ। ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗਰੀਬ ਨਿਵਾਜ ਸਤਿਗੁਰੂ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ।
ਸਤਿਗੁਰ ਜੀ ਦੀ ਸਾਜੀ ਨਿਵਾਜੀ ਗੁਰੂ ਰੂਪ ਗੁਰੂ ਖਾਲਸਾ ਗੁਰੂ ਪਿਆਰੀ ਸਾਧ ਸੰਗਤ ਜੀਓ, ਆਪ ਜੀ ਗੁਰੂ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸੰਧਿਆ ਦੇ ਸਮੇਂ ਤੋਂ ਹੀ ਬੇਅੰਤ ਸੰਗਤਾਂ ਨੇ ਹਾਜ਼ਰੀ ਭਰ ਕੇ ਗੁਰੂ ਜੀ ਦੇ ਚਰਨਾਂ ਵਿੱਚ ਨਤਮਸਤਕ ਹੋਏ ਹੋ। ਗੁਰੂ ਪਿਆਰੀ ਸਾਧ ਸੰਗਤ ਜੀ, ਅੱਜ ਦਾ ਜਿਹੜਾ ਦਿਨ ਹੈ ਉਹ ਸਿੱਖ ਕੌਮ ਲਈ ਉਹ ਮਹਾਨ ਸ਼ਹੀਦਾਂ ਦੀ ਯਾਦ ਕਰਾਉਣ ਵਾਲਾ ਦਿਨ ਹੈ, ਜਿਨ੍ਹਾਂ ਗੁਰੂ ਕੇ ਸਿੱਖਾਂ ਨੇ ਗੁਰੂ ਮਹਾਰਾਜ ਜੀ ਦੇ ਸਥਾਨਾਂ ਦੀ ਬੇਅਦਬੀ ਨਾ ਝੱਲਦੇ ਹੋਏ ਆਪਣੇ ਬਲੀਦਾਨ ਦਿੱਤੇ। ਅਤੇ ਜਿਨ੍ਹਾਂ ਸਿੱਖਾਂ ਦਾ ਆਪਾਂ ਰੋਜ਼ ਹੀ ਅਰਦਾਸ ਵਿੱਚ ਵੀ ਜ਼ਿਕਰ ਕਰਦੇ ਹਾਂ ਕਿ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੋਹਾਈਆਂ, ਚਰਖੜੀਆਂ 'ਤੇ ਚੜ੍ਹੇ, ਤਾਨ ਆਰਿਆਂ ਨਾਲ ਚੜਾਏ ਗਏ। ਅਤੇ ਕਹਿੰਦੇ ਹਾਂ ਕਿ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸੁਆਸਾਂ ਨਾਲ ਨਿਭਾਹੀ। ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਉਹ ਗੁਰੂ ਕੇ ਸਿੱਖ ਜਿਸ ਵਕਤ 18ਵੀਂ ਸਦੀ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਜੀ, ਉਹਨਾਂ ਦਾ ਰਾਜ ਸਮਾਪਤ ਹੋਇਆ, ਅੰਗਰੇਜ਼ਾਂ ਨੇ ਇੱਥੇ ਪੈਰ ਪਾ ਲਏ ਪੰਜਾਬ ਵਿੱਚ। ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਵੀ ਉਂਝ ਸੀ, ਪਰ ਉਦੋਂ ਦਬਾਅ ਨਹੀਂ ਸੀ। ਦਬਾਅ ਪਾਉਂਦਿਆਂ ਨੇ ਆਪੋ ਵਿੱਚ ਵਿਚਾਰ ਕੀਤੀ ਵੀ ਸਿੱਖਾਂ ਦੀ ਜਿਹੜੀ ਤਾਕਤ ਹੈ, ਗੁਰੂ ਸਥਾਨ, ਉਹ ਉਹਨਾਂ ਦੀ ਮੇਟ ਦਿੱਤੀ ਜਾਵੇ। ਜਿਸ ਕਰਕੇ ਉਹਨਾਂ ਨੇ ਮਹੰਤਾਂ ਨੂੰ ਜਿਹੜਾ ਸੀ ਸਾਧ ਸੰਗਤ ਜੀ, ਮਹੰਤਾਂ ਦੇ ਹਵਾਲੇ ਗੁਰੂ ਘਰ ਕਰ ਦਿੱਤੇ। ਸਾਰੇ ਜਿੰਨੇ ਅਸਥਾਨ ਹੈ, ਸ੍ਰੀ ਹਰਿਮੰਦਰ ਸਾਹਿਬ, ਤਰਨ ਤਾਰਨ ਸਾਹਿਬ, ਗੁਰੂ ਕਾ ਬਾਗ, ਨਨਕਾਣਾ ਸਾਹਿਬ, ਬੇਰ ਸਾਹਿਬ, ਸੱਚਾ ਸੌਦਾ ਗੁਰਦੁਆਰਾ ਸਾਹਿਬ, ਜਿੰਨੇ ਤਕਰੀਬਨ ਗੁਰਦੁਆਰੇ ਸੀ ਮਹੰਤਾਂ ਦੇ ਕਬਜ਼ੇ 'ਚ ਕਰ ਦਿੱਤੇ। ਜਿਹੜੇ ਮਹੰਤ ਲੋਕ ਗੁਰੂ ਸਥਾਨ 'ਤੇ ਆਪਣੇ ਨਿਵਾਸ ਕਰਕੇ ਦੇ ਬਾਅਦ ਵਿੱਚ ਗੁਰੂ ਘਰ ਦੀ ਚੜ੍ਹਦੀ ਮਾਇਆ ਵੇਖ ਕੇ ਬੇਈਮਾਨ ਹੋ ਗਏ ਅਤੇ ਮਾਇਆ ਨੂੰ ਗੁਰੂ ਘਰ ਲਾਉਣ ਦੀ ਬਜਾਏ ਆਪਣੇ ਘਰਾਂ ਵਿੱਚ ਖੜਨੀ ਸ਼ੁਰੂ ਕਰ ਦਿੱਤੀ। ਗੁਰੂ ਦੀਆਂ ਸੰਗਤਾਂ ਜਿਹੜੀਆਂ ਗੁਰੂ ਦਰ 'ਤੇ ਮੱਥਾ ਟੇਕਣ ਜਾਂਦੀਆਂ, ਇਹ ਮਹੰਤ ਲੋਕ ਜਿਹੜੇ ਆ ਉਹ ਸੰਗਤਾਂ ਨੂੰ ਪਰੇਸ਼ਾਨ ਕਰਦੇ। ਜਿਹੜੇ ਨਾਰਾਇਣ ਦਾਸ ਉਹਨਾਂ ਦੇ ਚੇਲੇ ਸੀ ਮਹੰਤ, ਬਹੁ ਬੇਟੀਆਂ ਨੂੰ, ਗੁਰੂ ਦੀਆਂ ਲਾਡਲੀਆਂ ਪੁੱਤਰੀਆਂ ਨੂੰ ਐਵੇਂ ਛੇੜਖਾਨੀ ਕਰਦੇ। ਆਪ ਵੀ ਤੰਬਾਕੂ ਰੱਜ ਰੱਜ ਪੀਂਦੇ, ਸ਼ਰਾਬ ਪੀਂਦੇ, ਕੋਈ ਗੁਰੂ ਘਰ ਦੀ ਮਰਿਆਦਾ ਨਾ ਰਹਿਣ ਦਿੱਤੀ। ਪੰਥ ਨੂੰ ਵੀ ਇੱਕ ਜਥੇਬੰਦੀ ਦੀ ਜ਼ਰੂਰਤ ਸੀ, ਬਹਾਦਰ ਕੌਮ, ਬਹਾਦਰ ਸਿੱਖਾਂ ਦੀ। ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕਰਕੇ ਅਗਵਾਈ ਕੀਤੀ। ਭਾਈ ਕਰਤਾਰ ਸਿੰਘ ਜੱਬਰ ਪਿੰਡ ਦੇ, ਭਾਈ ਕਰਤਾਰ ਸਿੰਘ ਜੱਬਰ ਕਰਕੇ ਨਾਮ, ਉਹਨਾਂ ਸਿੰਘਾਂ ਦੀ ਅਗਵਾਈ ਕੀਤੀ ਸਾਧ ਸੰਗਤ ਜੀ। ਅਤੇ ਕੌਮ ਨੇ ਮਿਲ ਜੁਲ ਕੇ, ਸਿੱਖਾਂ ਨੇ ਇਕੱਠਿਆਂ ਹੋ ਕੇ ਸ਼੍ਰੋਮਣੀ ਪ੍ਰਬੰਧਕ ਕਮੇਟੀ ਬਣਾਈ, ਜਿਹਦੇ ਵਿੱਚ 175 ਮੈਂਬਰ ਪਹਿਲੇ ਚੁਣੇ ਗਏ। ਫਿਰ ਵੱਖੋ ਵੱਖਰੀਆਂ ਲਹਿਰਾਂ ਸ਼ੁਰੂ ਕਰ ਦਿੱਤੀਆਂ 1920 ਤੋਂ। ਜੋ ਹਰਿਮੰਦਰ ਸਾਹਿਬ ਵੀ ਮਹੰਤ ਲੋਕ ਆਪਣੀ ਚਲਾਉਂਦੇ ਸੀ, ਮੱਸੇ ਰੰਗੜ ਵਾਲਾ ਹਿਸਾਬ ਕਿਤਾਬ ਕੀਤਾ ਹੋਇਆ ਸੀ। ਸਿੱਖਾਂ ਨੇ ਮਿਲ ਜੁਲ ਕੇ ਇਹਨਾਂ ਨੂੰ ਕੱਢਿਆ। ਤਰਨ ਤਾਰਨ ਸਾਹਿਬ, ਜਿੱਥੇ ਅਕਾਲੀ ਸਿੰਘਾਂ 2 ਜਣਿਆਂ ਦੀ ਚੜ੍ਹਾਈ ਵੀ ਹੋਈ, ਭਾਵ ਸ਼ਹੀਦ ਵੀ ਹੋਏ, ਪਰ ਤਰਨ ਤਾਰਨ ਸਾਹਿਬ ਵੀ ਛਡਾਇਆ, ਆਜ਼ਾਦ ਕਰਵਾਇਆ ਗੁਰੂ ਘਰ। ਸਿਆਲਕੋਟ ਵਿੱਚ ਬਾਬੇ ਦੀ ਬੇਰ, ਸੱਚਾ ਸੌਦਾ ਇਤਿਆਦਿ ਗੁਰਦੁਆਰੇ ਸਾਹਿਬ ਛਡਾਏ
ਅਖੀਰੀ ਜਿਹੜਾ ਹੈ 1921 ਦੇ ਵਿੱਚ, ਜਿੱਥੇ ਮਹੰਤ ਨਾਰਾਇਣ ਦਾਸ ਨੇ ਬਹੁਤ ਅੱਤ ਚੁੱਕੀ ਹੋਈ ਸੀ। ਗੁਰੂ ਦੀਆਂ ਸੰਗਤਾਂ ਜਾਂਦੀਆਂ, ਮਾੜਾ ਵਿਹਾਰ ਕਰਦੇ, ਸ਼ਰਾਬਾਂ ਡੱਫਦੇ, ਗੁਰੂ ਘਰ ਦੀ ਮਾਇਆ ਨਾਲ ਆਪਣੀ ਜ਼ਮੀਨ ਜਾਇਦਾਦ ਬਣਾ ਰਹੇ ਸੀ। ਗੁਰੂ ਕੇ ਸਿੱਖਾਂ ਦੇ ਵਿੱਚ ਉਸ ਗੱਲ ਦਾ ਬੜਾ ਵਿਚਾਰ ਸੀ, ਰੰਜਿਸ਼ ਸੀ। ਫਿਰ ਜਿਹੜਾ ਹੈ ਕਮੇਟੀ ਨੇ, ਸ਼੍ਰੋਮਣੀ ਪ੍ਰਬੰਧਕ ਕਮੇਟੀ ਨੇ ਮਿਲ ਜੁਲ ਕੇ ਸਲਾਹ ਕੀਤੀ ਵੀ 5-6 ਮਾਰਚ ਨੂੰ 1921 ਦੇ ਵਿੱਚ ਇਸ ਨਨਕਾਣਾ ਸਾਹਿਬ ਨੂੰ ਛਡਾਉਣ ਦੇ ਸੰਬੰਧ ਵਿੱਚ ਜਾਣਾ ਹੈ। ਪਰ ਭਾਈ ਲਛਮਣ ਸਿੰਘ ਜੋ ਗੁਰੂ ਕੇ ਪੂਰਨ ਸਿੱਖ ਸੀ, ਜਦੋਂ ਨਾਰਾਇਣ ਦਾਸ ਨੂੰ ਪਤਾ ਲੱਗਾ ਕਿ 5-6 ਮਾਰਚ ਨੂੰ ਇਹਨਾਂ ਇਕੱਠ ਕਰਨਾ ਹੈ ਅਕਾਲੀ ਲਹਿਰ ਨੇ, ਤੇ ਉਹ ਸਰਕਾਰ ਨਾਲ ਮਿਲ ਕੇ ਹਥਿਆਰ ਇਕੱਠੇ ਕਰਨੇ ਸ਼ੁਰੂ ਕਰ ਦਿੱਤੇ ਵੀ ਇਹਨਾਂ ਨੂੰ ਉੱਥੇ ਖਤਮ ਕਰਾਂਗਾ। ਇਹ ਗੱਲ ਭਾਈ ਲਛਮਣ ਸਿੰਘ ਹੋਣਾ ਨੂੰ, ਜੋ ਧਾਰੋਵਾਲ ਸ਼ੇਖੂਪੁਰਾ ਜ਼ਿਲ੍ਹੇ ਦੀ ਸੀ, ਉਹਨਾਂ ਨੂੰ ਪਤਾ ਲੱਗੀ। ਉਹਨਾਂ ਨੇ ਸਾਧ ਸੰਗਤ ਜੀ ਪਹਿਲਾਂ ਤਿਆਰੀ ਕਰ ਲਈ। ਫਰਵਰੀ 19 ਤਰੀਕ ਨੂੰ ਹੀ 19 ਤਰੀਕ ਨੂੰ ਤਿਆਰੀ ਕਰ ਲਈ। ਇਸ ਤਰ੍ਹਾਂ ਜਥੇ 3-4 ਜਥੇ ਇਕੱਠੇ ਹੋ ਕੇ ਮਿਲੇ ਹੈ, ਅਤੇ 19 ਤਰੀਕ ਨੂੰ ਚੱਲਦੇ ਹੋਏ ਇੱਥੇ ਪਹੁੰਚੇ ਹੈ। ਸੰਖੇਪ ਦੇ ਵਿੱਚ ਕਥਾ ਹੈ ਕਿ ਅੱਜ ਦੇ ਦਿਨ ਦੇ ਸੰਬੰਧ ਵਿੱਚ ਅਰਦਾਸਾ ਕਰਕੇ ਸੋਧ ਦਿੱਤਾ, ਅਰਦਾਸਾ ਤੇ ਚਾਲਾ ਮਾਰ ਦਿੱਤਾ। ਕਮੇਟੀ ਨੂੰ ਪਤਾ ਲੱਗਾ, ਸ਼੍ਰੋਮਣੀ ਪ੍ਰਬੰਧਕ ਕਮੇਟੀ ਨੇ ਚਿੱਠੀ ਭੇਜੀ ਵੀ ਤੁਸੀਂ ਵਾਪਸ ਆ ਜਾਓ, 5-6 ਮਾਰਚ ਨੂੰ ਅਸਾਂ ਨੇ ਜਾਣਾ ਕੀਤਾ ਹੈ। ਪਰ ਭਾਈ ਕਰਤਾਰ ਸਿੰਘ ਨੂੰ ਇਹ ਚਿੱਠੀ ਮਿਲੀ ਜੱਬਰ ਨੂੰ, ਕਹਿੰਦੇ ਵੀ ਹੁਣ ਬੜੀ ਦੇਰ ਹੋ ਗਈ ਹੈ। ਅਖੀਰੀ ਜਦੋਂ ਅੱਗੋਂ ਸੁਨਾਹਾ ਦਿੱਤਾ ਹੈ ਭਾਈ ਲਛਮਣ ਸਿੰਘ ਹੋਣਾ ਨੂੰ ਅਤੇ ਭਾਈ ਟਹਿਲ ਸਿੰਘ ਹੋਣਾ ਨੇ ਕਿਹਾ ਵੀ ਹੁਣ ਤਾਂ ਅਸੀਂ ਅਰਦਾਸਾ ਸੋਧ ਦਿੱਤਾ ਹੈ, ਹੁਣ ਅਸੀਂ ਪਿੱਛੇ ਨਹੀਂ ਹਟਣਾ, ਹੁਣ ਤਾਂ ਜਾਂ ਸ਼ਹੀਦ ਹੋਵਾਂਗੇ ਜਾਂ ਗੁਰੂ ਸਥਾਨ ਆਜ਼ਾਦ ਕਰਾਵਾਂਗੇ। ਇਸ ਤਰ੍ਹਾਂ ਭਾਈ ਲਛਮਣ ਸਿੰਘ ਹੋਣੀ ਹੋਰ ਗੁਰੂ ਕੀ ਸੰਗਤ ਮਿਲ ਜੁਲ ਕੇ ਸਾਧ ਸੰਗਤ ਜੀ ਨਨਕਾਣਾ ਸਾਹਿਬ ਦੇ ਸਥਾਨ 'ਤੇ ਪਹੁੰਚ ਗਈ, ਜਿੱਥੇ ਦੁਸ਼ਟ ਨੇ ਨਾਰਾਇਣ ਦਾਸ ਮਹੰਤ ਨੇ ਨਾਮ ਤੇ ਨਾਰਾਇਣ ਦਾਸ ਰੱਖਿਆ ਹੈ, ਪਰ ਨਾਮ ਨਾਲ ਕੋਈ ਉੱਤਮ ਨਹੀਂ ਹੋ ਜਾਂਦਾ, ਮਾੜੀਆਂ ਹਰਕਤਾਂ ਬੰਦੇ ਦੀਆਂ ਨਹੀਂ ਜਾਂਦੀਆਂ। ਜਿਹੜਾ ਉੱਥੇ ਕਈ ਕੁਝ ਕਰਦਾ ਸੀ, ਗੰਦੇ ਕੰਮ ਜਿਸਨੇ ਛੋਏ ਹੋਏ ਸੀ, ਉਸ ਥਾਂ 'ਤੇ ਗੁਰੂ ਕੇ ਸਿੱਖ ਭਾਈ ਲਛਮਣ ਸਿੰਘ ਹੋਣੀ 5:45 ਦੇ ਕਰੀਬ 20 ਤਰੀਕ ਨੂੰ ਪਹੁੰਚ ਗਏ। ਅਤੇ ਉੱਥੇ ਪਹੁੰਚ ਕਰਕੇ ਸਾਧ ਸੰਗਤ ਜੀ ਦਰਬਾਰ ਦੇ ਵਿੱਚ ਕੋਈ ਨਹੀਂ ਸੀ, ਕਿਉਂਕਿ ਨਾਰਾਇਣ ਦਾਸ ਨੂੰ ਖਬਰ ਹੋ ਗਈ। ਇਹਨੇ ਆਪਣੇ ਗੁੰਡਿਆਂ ਦੇ ਨਾਲ ਪੂਰੀ ਤਿਆਰੀ ਕਰ ਛੱਡੀ ਵੀ ਆਉਣਗੇ ਅਤੇ ਉਹਨਾਂ ਨੂੰ ਮਾਰ ਦਿਆਂਗੇ। ਗੁਰੂ ਗੋਬਿੰਦ ਸਿੰਘ ਭਾਈ ਲਛਮਣ ਸਿੰਘ ਹੋਣੀ ਇਤਿਆਦਿਕ ਸਿੰਘ ਹੋਰ ਵੀ 100 ਦੇ ਕਰੀਬ, ਕਈ ਵੱਧ ਦੱਸਦੇ 150 ਦੇ ਕਰੀਬ ਅੰਦਰ ਪ੍ਰਵੇਸ਼ ਕਰ ਗਏ। ਭਾਈ ਲਛਮਣ ਸਿੰਘ ਜੀ ਜੋ ਗੁਰੂ ਕਾ ਸਰੂਪ ਪ੍ਰਕਾਸ਼ ਕੀਤਾ ਹੋਇਆ ਸੀ, ਉਸ ਤਾਬਿਆਂ 'ਤੇ ਜਾ ਕੇ ਬੈਠ ਗਏ। ਦੂਜਿਆਂ ਸਿੰਘਾਂ ਨੂੰ ਕਹਿ ਦਿੱਤਾ ਵੀ ਤੁਸੀਂ ਆਸਾ ਦੀ ਵਾਰ ਦਾ ਕੀਰਤਨ ਕਰੋ। ਆਸਾ ਦੀ ਵਾਰ ਦਾ ਕੀਰਤਨ ਹੋਣ ਲੱਗ ਪਿਆ। ਭਾਈ ਲਛਮਣ ਸਿੰਘ ਸ਼ਾਂਤ ਚਿੱਤ ਗੁਰੂ ਕੀ ਤਾਬਿਆਂ ਦੇ ਗ੍ਰੰਥੀ ਰੂਪ ਵਿੱਚ ਸੱਜ ਕੇ ਬੈਠ ਗਏ। ਉਹ ਜਿਹੜੇ ਦੂਜੇ ਸਿੰਘ, ਉਹਨਾਂ ਨੂੰ 4 ਚੁਫੇਰੇ ਦਰਬਾਰ ਦੇ ਲਾ ਦਿੱਤਾ। ਮਹੰਤ ਨਾਰਾਇਣ ਦਾਸ ਨੇ ਇਸ਼ਾਰਾ ਕੀਤਾ, ਜੋ ਸ਼ਰਾਬ ਜਿਸਨੇ ਡੱਫੀ ਹੋਈ ਸੀ, ਕਿਉਂਕਿ ਦੁਸ਼ਟ ਲੋਕਾਂ ਦਾ ਕੰਮ ਜਿਹੜਾ ਨਸ਼ੇ ਦੇ ਨਾਲ ਧੁੰਦ ਹੋ ਕੇ ਉਹ ਕਰਦੇ ਹੈ। ਨਾਰਾਇਣ ਦਾਸ ਨੇ ਇਸ਼ਾਰਾ ਕੀਤਾ ਗੁੰਡਿਆਂ ਆਪਣਿਆਂ ਨੂੰ, ਸਾਰਿਆਂ ਨਾਲ ਦਿਆਂ ਨੂੰ, ਮਹੰਤਾਂ ਨੂੰ। ਉਹ ਸਾਰੇ ਜਿਹੜੀ ਚੰਡਾਲ ਚੌਂਕੜੀ ਇਕੱਠੀ ਹੋ ਕੇ ਆਈ ਅਤੇ ਸਾਧ ਸੰਗਤ ਜੀ ਦਰਬਾਰ ਦੇ ਵਿੱਚ ਗੋਲੀ ਚਲਾ ਦਿੱਤੀ ਸ੍ਰੀ ਨਨਕਾਣਾ ਸਾਹਿਬ। ਜਦੋਂ ਉੱਥੇ ਗੋਲੀ ਚਲਾ ਦਿੱਤੀ ਹੈ, ਇਹ ਨਿਹੱਥੇ ਸਿੰਘ ਸਨ, ਸਾਰੇ ਦੇ ਸਾਰੇ ਸਿੰਘ ਲਾਸ਼ਾਂ ਦੀ ਲਾਸ਼ਾਂ ਵਿਛਾ ਦਿੱਤੀਆਂ। ਦਰਬਾਰ ਦੇ ਵਿੱਚ ਖੂਨ ਹੀ ਖੂਨ ਹੋ ਗਿਆ ਉੱਥੇ, ਜਿਵੇਂ ਬਾਰਿਸ਼ ਪਈ ਹੋਵੇ ਖੂਨ ਦੀ। ਬਾਹਰ ਵੀ ਪ੍ਰਦੱਖਣਾਂ ਦੇ ਖੂਨ ਹੀ ਖੂਨ, ਦਰਬਾਰ 'ਚ ਵੀ ਖੂਨ, ਅਤੇ ਗੋਲੀਆਂ ਮਾਰੀਆਂ ਜਿਹੜੀਆਂ ਸਿੰਘਾਂ ਦੇ ਮਾਰਦੇ ਰਹੇ ਅਤੇ ਮਹਾਰਾਜ ਦੇ ਸਰੂਪ 'ਚ ਵੀ ਲੱਗੀਆਂ।
ਭਾਈ ਲਛਮਣ ਸਿੰਘ ਜੀ ਉਹਨਾਂ ਨੂੰ ਫੜ ਲਿਆ ਇਹਨਾਂ ਨੇ। ਇੱਧਰੋਂ ਦੋ ਸਿੰਘ ਜਿਹੜੇ ਬਾਹਰ ਸਨ, ਜਦੋਂ ਉਹਨਾਂ ਦੇ ਕੰਨੀ ਆਵਾਜ਼ ਪਈ ਸਰਦਾਰ ਦਲੀਪ ਸਿੰਘ ਉਹਨਾਂ ਦੇ ਵੀ ਇਹ ਗੋਲੀ ਚੱਲ ਗਈ, ਲੱਗਦਾ ਨਰਾਇਣ ਦਾਸ ਮਹੰਤ ਨੇ ਕੋਈ ਕਾਰਾ ਕਰ ਦਿੱਤਾ ਹੈ। ਉਹਨਾਂ ਨਨਕਾਣਾ ਸਾਹਿਬ ਦੇ ਵਿੱਚ ਭੱਜੇ ਆਏ, ਉਹਨਾਂ ਨਰਾਇਣ ਦਾਸ ਨੂੰ ਰੋਕਿਆ, ਨਾ ਕਰੇ ਦੁਸ਼ਟਤਾਈ, ਇਹ ਚੰਗੀ ਗੱਲ ਨਹੀਂ ਹੈ। ਸੋ ਕਹਿੰਦਾ ਇਹ ਵੀ ਅਕਾਲੀ ਹੈ, ਇਨਕੋ ਵੀ ਪਕੜੋ। ਉਹਨਾਂ ਦੋਵਾਂ ਨੂੰ ਫੜ ਕੇ ਜਿਹੜੀ ਘੁਮਿਆਰਾਂ ਦੀ ਭੱਠੀ ਬਾਲਦੀ ਸੀ, ਭੱਠੀ ਵਿੱਚ ਸੁੱਟ ਦਿੱਤੀ, ਉਹ ਵੀ ਸ਼ਹੀਦ ਹੋ ਗਏ। ਇੱਧਰ ਭਾਈ ਲਛਮਣ ਸਿੰਘ ਨੂੰ ਫੜ ਕਰਕੇ ਸਾਧ ਸੰਗਤ ਜੀ, ਜਿਹੜਾ ਇੱਕ ਜੰਡ ਦਾ ਰੁੱਖ ਅੱਜ ਵੀ ਉੱਥੇ ਨਨਕਾਣਾ ਸਾਹਿਬ ਹੈ, ਉਹ ਜੰਡ ਦੇ ਨਾਲ ਪੁੱਠਾ ਲਟਕਾ ਕੇ ਤੇ ਅੱਗ ਲਾ ਦਿੱਤੀ। ਜਿਹੜੇ ਕੋਈ ਜ਼ਖਮੀ ਸਿੰਘ ਸਨ, ਕੋਈ ਬਚਿਆ, ਉਹਨਾਂ ਨੂੰ ਵੱਢ ਟੁੱਕ ਦਿੱਤਾ ਦਾਤਰਾਂ ਨਾਲ, ਗੰਡਾਸਿਆਂ ਨਾਲ। ਉੱਥੇ ਲਾਸ਼ਾਂ ਦੇ ਢੇਰ ਲਾਗੇ ਗੁਰੂ ਕੇ ਦਰਬਾਰ ਵਿੱਚ। ਜਿੱਥੇ ਕਿਤੇ ਕੀਰਤਨ ਹੁੰਦਾ ਸੀ, ਗੁਰਬਾਣੀ ਪੜ੍ਹੀ ਜਾਂਦੀ ਸੀ, ਉੱਥੇ ਖੂਨ ਖਰਾਬਾ ਕਰ ਦਿੱਤਾ ਮਹੰਤ ਨਰਾਇਣ ਦਾਸ ਨੇ। ਇਹੋ ਜਿਹੇ ਲੋਕ ਹੈ ਦੁਨੀਆ 'ਤੇ ਅੱਜ ਵੀ। ਅਤੇ ਸਾਧ ਸੰਗਤ ਜਿੱਥੇ ਖੂਨ ਹੋਇਆ, ਫਿਰ ਇਹ ਮਹੰਤ ਦਾਸ ਨਰਾਇਣ ਨੇ, ਜਿਹੜਾ ਨਸ਼ੇ 'ਚ ਧੁੰਦ ਰਹਿੰਦਾ ਸੀ, ਕਹਿੰਦਾ ਇੰਝ ਕਰੋ, ਆ ਜਿੰਨੇ ਇਹਨਾਂ ਸਾਰਿਆਂ ਨੂੰ ਅੱਗ ਲਾ ਦਿਓ। ਸਾਰੇ ਇਕੱਠੇ ਕੀਤੇ ਅਤੇ ਇਕੱਠੇ ਕਰਕੇ ਜੋ ਕੁਝ ਮਿਲਿਆ, ਫੱਟੀਆਂ, ਜੋ ਕੋਈ ਕੱਪੜਾ ਆਦਿਕ ਮਿਲਿਆ, ਉਹ ਟੋਟਿਆਂ ਦੇ ਉੱਤੇ ਇਕੱਠੇ ਕਰਕੇ ਸੁੱਟ ਦਿੱਤਾ ਅਤੇ ਅੱਗ ਲਾ ਦਿੱਤੀ ਜਿੰਦਿਆਂ ਨੂੰ, ਕਈਆਂ ਦੇ ਵਿੱਚ ਹੀ। ਇਵੇਂ ਸਾਧ ਸੰਗਤ ਜੀ ਉਹ ਸ਼ਹੀਦੀਆਂ ਦਿੱਤੀਆਂ। ਕਈਆਂ ਦਾ ਵੱਖੋ ਵੱਖਰਾ ਕਹਿਣਾ, ਕੋਈ 150, ਕੋਈ 100 ਜਾਣਾ ਕਹਿੰਦਾ ਹੈ। ਪਰ ਸ਼੍ਰੋਮਣੀ ਪ੍ਰਬੰਧਕ ਕਮੇਟੀ ਨੇ ਜਿਹੜੀ ਪੜਤਾਲ ਕੀਤੀ ਹੈ, ਇੱਕ ਕਿਤਾਬ ਲਿਖੀ ਹੈ, ਅਤੇ ਉਹਨਾਂ ਨੇ 86 ਜਾਣਿਆਂ ਦੇ ਨਾਮ ਜਿਹੜੇ ਦਰਜ ਕੀਤੇ ਹੈ। ਪੁੱਛ ਪੜਤਾਲ ਕਰਕੇ ਨਾ ਇੱਧਰ ਉੱਧਰੋਂ ਜਿਨ੍ਹਾਂ ਦੇ ਪਰਿਵਾਰ ਸ਼ਹੀਦ ਹੋਏ ਹੈ, 86 ਜਾਣਿਆਂ ਦੇ ਨਾਮ ਦਿੱਤੇ ਆ, ਅਤੇ ਉਹ ਲਿਖੇ ਵੀ ਹੋਏ ਉੱਥੇ ਨਨਕਾਣਾ ਸਾਹਿਬ। ਅਤੇ ਸ਼ਹੀਦ ਗੰਜ ਸਾਹਿਬ ਗੁਰਦੁਆਰਾ ਭਾਈ ਲਛਮਣ ਸਿੰਘ, ਅਤੇ ਜੋ 86 ਸਿੰਘ ਜਾਂ 150-200 ਦੇ ਕਰੀਬ ਜਿਹੜਾ ਸ਼ਹੀਦ ਹੋਇਆ, ਉਹਨਾਂ ਦਾ ਸ਼ਹੀਦ ਗੰਜ ਸਾਹਿਬ ਸਥਾਨ ਬਣਿਆ ਹੋਇਆ ਹੈ। ਅਤੇ ਸਾਧ ਸੰਗਤ ਜੀ ਉਸ ਵਕਤ ਜੋ ਗੁਰੂ ਕੇ ਸਿੰਘ ਪਹੁੰਚੇ ਹੈ, ਕਹਿੰਦੇ ਵੀ ਇਵੇਂ ਸਾਰਾ ਕਾਰਾ ਹੋ ਗਿਆ। ਗੁਰੂ ਕੀ ਸਿੰਘ ਭਾਵ ਗੁਰੂ ਖਾਲਸਾ ਬਾਦ ਵਿੱਚ ਹੋਰ ਪਹੁੰਚੇ ਹੈ, ਆਮ ਸਿੱਖ ਵੀ ਪਹੁੰਚ ਗਏ। ਅੰਗਰੇਜ਼ਾਂ ਨੇ ਉਹ ਮਹੰਤ ਨੂੰ ਵੀ ਕੈਦ ਕੀਤਾ, ਉਹਦੇ ਸਾਥੀਆਂ ਨੂੰ ਵੀ, ਅਤੇ ਗੁਰਦੁਆਰਾ ਸਾਹਿਬ ਆਪਣੇ ਕਬਜ਼ੇ 'ਚ ਕਰ ਲਿਆ। ਫਿਰ ਗੁਰੂ ਕੀ ਸੰਗਤ ਆਸੇ ਪਾਸੇ ਤੋਂ ਕੋਈ 60,000, ਕੋਈ 1 ਲੱਖ ਦੇ ਕਰੀਬ ਕਹਿੰਦਾ ਹੈ, ਉਹਨਾਂ ਨੇ ਐਸਾ ਧਰਨਾ ਕੀਤਾ ਜਿਹਦੇ ਕਰਕੇ ਸਰਕਾਰ ਨੂੰ ਨਹੀਂ ਮੰਨਣੀ ਪਈ, ਭਾਵ ਸਰਕਾਰ ਦੀ ਨਹੀਂ ਚੱਲੀ। ਫਿਰ ਸਰਕਾਰ ਨੇ ਅਖੀਰੀ ਗੁਰਦੁਆਰਾ ਗੁਰੂ ਘਰ ਦੇ ਨਾਮ 'ਤੇ ਕਰ ਦਿੱਤਾ, ਸ਼੍ਰੋਮਣੀ ਪ੍ਰਬੰਧਕ ਕਮੇਟੀ ਨੂੰ ਸੌਂਪ ਦਿੱਤਾ। ਅਤੇ ਉਹ ਜਿਹੜੇ ਸਿੰਘ ਸਨ, ਭਾਈ ਲਛਮਣ ਸਿੰਘ ਹੋਣੀ, ਉਹਨਾਂ ਦਾ 23 ਤਰੀਕ ਨੂੰ ਸਾਧ ਸੰਗਤ ਜੀ ਗੁਰਮਤਿ ਮਰਿਆਦਾ ਅਨੁਸਾਰ ਜੋ ਕਿਸੇ ਦੀ ਹੱਡੀ ਲੱਭੀ, ਕੁਝ ਲੱਭਾ, ਦੁਬਾਰਾ ਸੰਸਕਾਰ ਕੀਤਾ। ਉੱਥੇ ਸ਼ਹੀਦ ਗੰਜ ਸਾਹਿਬ ਸਥਾਨ ਬਣਾਇਆ ਹੈ। ਅਤੇ ਜਦੋਂ ਉੱਥੇ ਕਹਿੰਦੇ ਸਰੂਪ ਵੇਖਿਆ ਜਾ ਕੇ 21-22 ਦੇ ਕਰੀਬ ਤਰੀਕ ਦੇ, ਅਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਵਿੱਚ 9 ਜਿਹੜੀਆਂ ਗੋਲੀਆਂ ਲੱਗੀਆਂ ਹੈ। ਮਹੰਤ ਦਾਸ ਨਰਾਇਣ ਨੇ ਐਸੀ ਖੋਟਤਾਈ ਕੀਤੀ ਗੁਰੂ ਘਰ ਨਾਲ। ਉਹ ਦੁਸ਼ਟ ਜੋ ਮੱਸਾ ਰੰਗੜ ਬਣਿਆ ਫਿਰਦਾ ਸੀ, ਗੁਰੂ ਕੇ ਸਿੰਘਾਂ ਨੇ ਆਪਣੀਆਂ ਸ਼ਹੀਦੀਆਂ ਕੁਰਬਾਨੀਆਂ ਦੇ ਕੇ ਤੇ ਗੁਰੂ ਘਰ ਯਾਦ ਕਰਾਇਆ। ਅੱਜ ਉਹਨਾਂ ਮਹਾਨ ਗੁਰੂ ਕੇ ਸਿੰਘਾਂ ਦਾ ਸਾਧ ਸੰਗਤ ਜੀ ਦਿਨ ਹੈ। ਉਹਨਾਂ ਦੀ ਸ਼ਹੀਦੀ ਨੂੰ ਕੋਟਾਨ ਕੋਟ ਬੇਅੰਤ ਪ੍ਰਣਾਮ ਹੈ, ਜਿਨ੍ਹਾਂ ਨੇ ਗੁਰੂ ਵਾਸਤੇ ਆਪਣੀਆਂ ਕੁਰਬਾਨੀਆਂ ਦੇਹਾਂ ਦੇ ਕੇ ਆਪਣੇ ਮਹਾਰਾਜ ਜੀ ਦੀ ਖੁਸ਼ੀ ਲਈ ਹੈ, ਗੁਰੂ ਨਾਨਕ ਸਾਹਿਬ ਮਹਾਰਾਜ ਦੀ ਖੁਸ਼ੀ ਲਈ ਹੈ। ਅਤੇ ਅੱਜ ਗੁਰੂ ਦੀਆਂ ਸੰਗਤਾਂ ਨਨਕਾਣਾ ਸਾਹਿਬ ਦਰਸ਼ਨ ਕਰਦੀਆਂ ਹੈ। ਗੁਰੂ ਘਰ ਦੇ ਵਿੱਚ ਜਿਹੜਾ ਕੋਈ ਇਹੋ ਜਿਹਾ ਖਿਲਾਉਣਾ ਕੰਮ ਕਰਨਾ ਹੈ, ਵਿਆਰੀ ਲੋਕ ਅੱਜ ਵੀ ਇਹੋ ਜਿਹੀਆਂ ਖੇਡਾਂ ਖੇਡਦੇ ਹੈ, ਪਰ ਗੁਰੂ ਘਰ ਸਦਾ ਉੱਤਮ ਹੈ। ਸੱਚੇ ਪਾਤਸ਼ਾਹ ਦਾ ਘਰ ਕੋਈ ਨਹੀਂ ਹੈ ਮਾੜਾ। ਉੱਥੋਂ ਦੀਆਂ ਰਹਿਣ ਵਾਲੀਆਂ ਰੂਹਾਂ ਮਾੜੀਆਂ ਹੋ ਜਾਣ, ਉਹ ਉਹਨਾਂ ਨੂੰ ਦੋਸ਼ ਹੈ, ਗੁਰੂ ਨੂੰ ਕੋਈ ਦੋਸ਼ ਨਹੀਂ। ਇਵੇਂ ਸਾਧ ਸੰਗਤ ਜੀ 1924 ਦੇ ਵਿੱਚ ਹੀ ਅੱਜ ਦੇ ਦਿਨ ਹੀ ਜੈਤੋ ਦਾ ਮੋਰਚਾ ਜਿਹੜਾ ਲੱਗਾ ਸੀ, ਉਹਦੇ ਵਿੱਚ 20 ਤੋਂ ਸਿੰਘ ਵੱਧ ਜਿਹੜੇ ਹੈ ਉਹ ਸ਼ਹੀਦ ਹੋਏ। ਅੱਜ ਉਹਨਾਂ ਦਾ ਵੀ ਦਿਨ ਹੈ।
ਉਹ ਗੁਰੂ ਘਰ ਜੋ ਗੁਰਦੁਆਰਾ ਗੰਗਸਰ ਸਾਹਿਬ ਹੈ, ਜੈਤੋ ਦਾ ਮੋਰਚਾ, ਉੱਥੇ ਅੱਜ ਬੜਾ ਭਾਰੀ ਦਿਨ ਮਨਾਇਆ ਜਾ ਰਿਹਾ ਹੈ। ਇਸੇ ਤਰ੍ਹਾਂ ਸ੍ਰੀ ਨਨਕਾਣਾ ਸਾਹਿਬ ਮਹਾਰਾਜ ਸਾਨੂੰ ਕਿਰਪਾ ਕਰਨ ਸੱਚੇ ਪਾਤਸ਼ਾਹ ਜੀ, ਜਿਵੇਂ ਆਪ ਜੀ ਕੇ ਸਿੱਖ ਭਾਵ ਭਗਤੀ ਨਾਲ ਜੀਵਨ ਬਤੀਤ ਕੀਤਾ ਹੈ, ਐਸੀ ਸਾਨੂੰ ਸਮਕਸ਼ਤਾ ਬਖਸ਼ਣ। ਉਹਨਾਂ ਸਿੱਖਾਂ ਨੂੰ ਸਾਧ ਸੰਗਤ ਜੀ ਕੋਟਾਨ ਕੋਟ ਪ੍ਰਣਾਮ, ਜਿਨ੍ਹਾਂ ਨੇ ਸ਼ਹੀਦੀਆਂ ਦਿੱਤੀਆਂ ਹੈ। ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ। ਇਤ ਮਾਰਗ ਪੈਰ ਤਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਕਾਣ ਕਨੌੜ ਨਾ ਕਰੀਏ ਸਿਰ ਦੇ ਕੇ ਵੀ ਮੈਂ ਗੁਰੂ ਨੂੰ ਸਿਰ ਦੇ ਦਿੱਤਾ ਹੈ, ਆਪਾਂ ਭਾਵ ਮਾਰ ਦਈਏ। ਉਹ ਗੁਰੂ ਕੇ ਸਿੱਖ ਬੇਨਤੀ ਹੋਏ ਹੈ, ਜਿਨ੍ਹਾਂ ਕਰਨੀਆਂ ਕੀਤੀਆਂ। ਸੋ ਸਾਧ ਸੰਗਤ ਜੀ, ਜੋ ਆਪਾਂ ਗੁਰੂ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਦੀ ਕਥਾ ਸਰਵਣ ਕਰਦੇ ਆ ਰਹੇ ਹਾਂ, ਜਿਹਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਤੱਕ ਜਿਹੜੇ ਸਾਰੇ ਮੰਗਲਾਂ ਦੀ ਕਥਾ ਹੋ ਚੁੱਕੀ ਹੈ। ਅੱਗੇ ਕਵੀ ਸਾਹਿਬ ਜੀ ਨੇ ਜਿਹੜੇ ਕਿ ਆਪਣੇ ਵਿਦਿਆ ਦਾਤੇ ਭਾਵ ਜਿਨ੍ਹਾਂ ਕੋ ਪੜ੍ਹਦੇ ਰਹੇ ਹੈ, ਗੁਰਮਤਿ ਦੀ ਵਿਦਿਆ ਧਾਰਨ ਕੀਤੀ, ਉਹਨਾਂ ਮਹਾਨ ਸੰਤਾਂ ਦਾ ਮੰਗਲ ਕਰ ਰਹੇ ਹੈ। ਗੁਰੂ ਮਹਾਰਾਜ ਜੀ ਤੋਂ ਬਾਅਦ ਆਪਣੇ ਵਿਦਿਆ ਦਾਤੇ ਭਾਈ ਸੰਤ ਸਿੰਘ ਜੀ, ਜੋ ਮਹਾਨ ਕਰਨੀ ਵਾਲੇ ਕਥਨੀ ਵਾਲੇ ਸਨ, ਉਹਨਾਂ ਦਾ ਮੰਗਲ ਕਰਕੇ ਦੱਸ ਰਹੇ ਹੈ ਵੀ ਸੰਗਤ ਜੀ ਮੇਰੇ ਵਿਦਿਆ ਦਾਤੇ ਬੜੇ ਮਹਾਨ ਸੀ, ਕਹਿਣੀ ਕਥਨੀ ਦੇ ਪੱਕੇ, ਭਗਤੀ ਵਿੱਚ ਰੱਤੇ ਹੋਏ ਸਨ। ਇੱਕ ਤੇ ਹੁੰਦਾ ਨਾ ਸਾਧ ਸੰਗਤ ਜੀ ਕਿ ਵਿਦਵਾਨ ਬਣ ਜਾਣਾ, ਭਾਵ ਜਿਵੇਂ ਆ ਕਥਾ ਕਰੀ ਜਾਣੀ, ਅੱਖਰਾਂ ਦੇ ਅਰਥ ਕਰ ਕਰ ਸੁਣਾਈ ਜਾਣੇ, ਜਾਂ ਦੂਜਿਆਂ ਨੂੰ ਬੜਾ ਟੋਕ ਟੋਕ ਕੇ ਕਹੀ ਜਾਣਾ ਪਰ ਆਪ ਨਾ ਕਰਨਾ, ਉਹਦੇ ਵਿੱਚ ਧੋਖਾ ਹੈ। ਜਿਹੜੀ ਆਪ ਕਮਾਈ ਕਰਕੇ ਕਿਸੇ ਨੂੰ ਦੱਸਣਾ ਹੈ, ਉਹਦੇ ਵਿੱਚ ਫਲ ਹੈ। ਜਿਹੜਾ ਆਪ ਨਾ ਕਰਨਾ, ਕਿਸੇ ਨੂੰ ਕਹਿਣਾ, ਤੇ ਕਬੀਰ ਅਵਰੇ ਕੋ ਉਪਦੇਸਤੇ ਮੁਖ ਮੈਂ ਪਰ ਹੈ ਰੇਤ, ਉਹਨੂੰ ਦੇ ਕੋਈ ਫਲ ਨਹੀਂ ਹੈ ਬਹੁਤਾ। ਤੇ ਪਰ ਭਾਈ ਸੰਤ ਸਿੰਘ ਜੀ ਪੂਰੀ ਕਰਨੀ ਵਾਲੇ, ਪੂਰੀ ਕਹਿਣੀ ਕਥਨੀ ਦੇ ਪੱਕੇ। ਗੁਰੂ ਸਾਹਿਬ ਜੀ ਦੇ ਬਚਨ ਆਉਂਦੇ ਹੈ, ਪਹਿਲੋਂ ਦੇ ਜੜ ਅੰਦਰ ਜੰਮੈ ਤਾਂ ਉੱਪਰ ਹੋਵੇ ਛਾਉ। ਜਿਵੇਂ ਕਹਿੰਦੇ ਵੀ ਉਹ ਰੁੱਖ ਦੀ ਜੜ ਪਹਿਲਾਂ ਜ਼ਮੀਨ ਵਿੱਚ ਚੰਗੀ ਤਰ੍ਹਾਂ ਜੰਮ ਜੇ ਨਾ, ਫਿਰ ਉਹ ਵੱਡਾ ਹੁੰਦਾ ਤੇ ਫਿਰ ਛਾਂ ਕਰਦਾ ਹੈ, ਫਿਰ ਉਹਦੀ ਜਾ ਕੇ ਸੰਘਣੀ ਛਾਂ ਬਣਦੀ ਹੈ। ਇਸੇ ਤਰ੍ਹਾਂ ਜਿਹੜਾ ਕੋਈ ਕਥਾਵਾਚਕ ਹੈ, ਕੋਈ ਭਗਤਾ ਹੈ, ਕਥਨ ਕਰਨ ਵਾਲਾ, ਤੇ ਉਹਦੀ ਵੀ ਪਹਿਲਾਂ ਜੜ ਗੁਰੂ ਦੇ ਚਰਨਾਂ ਵਿੱਚ ਅਥਾਹੀ ਸ਼ਰਧਾ ਨਾਲ ਜੰਮੀ ਹੋਵੇ, ਭਾਵ ਅੱਤ ਦੀ ਸ਼ਰਧਾ ਹੋਵੇ ਗੁਰੂ ਤੇ ਸ਼ੰਕਾਵਾਦੀ ਨਾ ਹੋਵੇ ਕਿ ਕਥਾ ਕਰੀ ਜਾਵੇ ਤੇ ਕਹਿ ਦੇ ਵੀ ਆਹ ਸੰਗਤ ਦੀ ਜਿਹੜੀ ਗੱਲ ਕਰ ਰਹੇ ਨਾ ਅਸੀਂ, ਇਹ ਤਾਂ ਸਾਨੂੰ ਸਮਝਾਉਣ ਵਾਸਤੇ ਕਹੀ ਹੋਈ ਆ, ਬਾਕੀ ਤਾਂ ਕੋਈ ਗੱਲ ਔਖੀ ਹੈ, ਬਣ ਨਹੀਂ ਸਕਦੀ। ਇਹੋ ਜਿਹਾ ਨਾ ਉਹ ਮੂੰਹੋਂ ਬਕੜਵਾਦ ਕਰੇ। ਜਿਹੜੀ ਗੱਲ ਕਹਿਣੀ ਹੈ ਗੁਰੂ ਦੀ ਹਜ਼ੂਰੀ ਵਿੱਚ, ਗੁਰੂ ਦੀ ਬਾਣੀ ਪੜ੍ਹ ਕੇ ਬਿਲਕੁਲ ਸਪਸ਼ਟ ਕਹਿਣਾ। ਸਾਧ ਸੰਗਤ ਜੀ, ਗੁਰੂ ਮਹਾਰਾਜ ਦੇ ਬਚਨ ਹੈ ਤੇ ਸਦਾ ਹੀ ਸੱਤ ਹੈ, ਅਟਲ ਹੈ, ਅਛੇਦ ਹੈ। ਪੂਰਾ ਭਰੋਸਾ ਹੋਵੇ ਕਥਾਵਾਚਕ ਨੂੰ ਆਪ ਨੂੰ ਵੀ। ਤੇ ਜਿਹੜਾ ਇਹੋ ਜਿਹਾ ਹੈ, ਮਹਾਰਾਜ ਕਹਿੰਦੇ ਪਹਿਲੋਂ ਦੇ ਜੜ ਅੰਦਰ ਜੰਮੈ ਤਾਂ ਉੱਪਰ ਹੋਵੇ ਛਾਉ। ਸ਼ਰਧਾ ਰੂਪੀ ਜੜ ਜੰਮੀ ਹੋਵੇ ਕਥਾਵਾਚਕ ਦੀ, ਤਾਂ ਉਹਦਾ ਕੀਤਾ ਹੋਇਆ ਬਚਨ ਦੂਜਿਆਂ ਨੂੰ ਭਾਉਂਦਾ ਚੰਗਾ ਲੱਗਦਾ ਹੈ। ਇਵੇਂ ਦੇ ਭਾਈ ਸੰਤ ਸਿੰਘ ਸਨ। ਹੁਣ ਸਾਡਾ ਸਾਧ ਸੰਗਤ ਜੀ ਇਹੋ ਜਿਹਾ ਸੁਭਾਅ ਹੈ ਨਾ ਕਿ ਜਿਵੇਂ ਆ ਮਾਂ ਪਿਓ ਹੈ ਤੇ ਉਹਨਾਂ ਦੀ ਕੋਈ ਆਪਣੀ ਕਮਾਈ ਨਹੀਂ ਹੁੰਦੀ, ਕਹਿ ਕੇ ਥੱਕ ਜਾਂਦੇ, ਪੁੱਤ ਤੂੰ ਨਾ ਕਰ ਐਵੇਂ, ਤੂੰ ਨਾ ਕਰ ਐਵੇਂ, ਪਰ ਉਹ ਹਟਦਾ ਕਿਤੇ ਨਹੀਂ ਹਟਦਾ। ਉਹੀ ਜੇ ਕਿਤੇ ਸੰਤ ਮਹਾਂਪੁਰਸ਼ ਸਮਝਾਉਣ ਤੇ ਉਹ ਉਸੇ ਵੇਲੇ ਸਮਝ ਜਾਂਦਾ ਹੈ। ਤੇ ਸਾਨੂੰ ਤੇ ਐਵੇਂ ਕਹਿੰਦੇ ਅੱਗੋਂ ਵੀ ਉਹ ਤੂੰ ਕੀ ਕਰਦਾ ਰਿਹਾ, ਹੁਣ ਸਾਡੀ ਵਾਰਾਂ ਤੂੰ ਸਾਨੂੰ ਸਮਝਾਉਣਾ ਹੈ, ਕਿਉਂਕਿ ਸਾਡੀ ਕੋਈ ਆਪਣੀ ਕਮਾਈ ਨਹੀਂ ਹੈ, ਕੋਈ ਸਿਮਰਨ ਨਹੀਂ ਕੀਤਾ ਹੈ। ਉਹ ਸੰਤਾਂ ਮਹੰਤਾਂ ਨੇ ਭਗਤੀ ਕੀਤੀ ਹੈ, ਜਿਸ ਕਰਕੇ ਉਹ ਇੱਕ ਵਾਰ ਕਹਿਣ 'ਤੇ ਬੱਚੇ ਨੂੰ ਸਮਝਾ ਦਿੰਦੇ ਹੈ, ਖਾਨੇ 'ਚ ਗੱਲ ਪਾ ਦਿੰਦੇ ਹੈ।
ਭਾਈ ਸਾਹਿਬ ਜੀ ਆਪਣੇ ਵਿੱਦਿਆ ਦਾਤੇ 'ਤੇ ਅਥਾਹ ਸ਼ਰਧਾ ਰੱਖਦੇ ਸੀ। ਅੱਜ ਕੱਲ੍ਹ ਤਾਂ ਬਿਲਕੁਲ ਜਿਹੜਾ ਜ਼ਮਾਨਾ ਖਤਮ ਹੋ ਗਿਆ ਹੈ, ਕਿਸੇ ਨੂੰ 2 ਅੱਖਰ ਪੜ੍ਹਾਏ ਜਾਣ ਅਤੇ ਕੋਈ ਕਦਰ ਕਰਦੇ ਤਾਂ ਹੋ ਹੀ ਨਹੀਂ ਸਕਦਾ। ਹੁਣ ਨਹੀਂ ਕੋਈ ਕਦਰ ਕਰਦਾ, ਹੁਣ ਤਾਂ ਸਿੱਧਾ ਹੀ ਕਹਿੰਦੇ ਆ। ਇੱਕ ਤਾਂ ਸਾਧ ਸੰਗਤ ਜੀ ਉਤੋਂ ਪੜ੍ਹਾਈ ਜਿਹੜੀ ਹੈ ਉਹ ਦੁਨਿਆਵੀ ਹੋ ਗਈ ਹੈ। ਪਹਿਲਾਂ ਗੁਰੂਕੁਲ ਹੁੰਦੇ ਸੀ ਅਤੇ ਗੁਰੂਕੁਲ ਦੇ ਵਿੱਚ ਸਾਧ ਸੰਗਤ ਜੀ ਉੱਥੇ ਪੜ੍ਹਿਆ ਜਾਂਦਾ ਸੀ ਅਤੇ ਉਹ ਸਾਰੇ ਜਿਹੜੇ ਪੜ੍ਹਿਆ ਕਰਦੇ ਭੈਣ ਭਰਾਵਾਂ ਵਾਂਗੂ ਰਹਿਣਾ ਅਤੇ ਗੁਰੂ ਦੀ ਆਗਿਆ ਮੰਨਣੀ, ਲੱਕੜਾਂ ਲਿਆਉਣੀਆਂ, ਪ੍ਰਸ਼ਾਦਾ ਭੋਜਨ ਪਕਾਉਣਾ ਅਤੇ ਐਵੇਂ ਵਿੱਦਿਆ ਲੈਣੀ। ਜਦੋਂ ਕਹਿਣਾ ਮੀਂਹ 'ਚ ਠੰਡ 'ਚ ਉਦੋਂ ਆਗਿਆ ਮੰਨਣੀ। ਹੁਣ ਇੱਕ ਉਹ ਪੜ੍ਹਾਈ ਵੀ ਬ੍ਰਹਮ ਵਿੱਦਿਆ ਸੀ, ਪਰਮੇਸ਼ਰ ਨਾਲ ਮਿਲਾਉਣ ਵਾਲੀ ਪੜ੍ਹਾਈ ਸੀ। ਹੁਣ ਇੱਕ ਤਾਂ ਸਰਕਾਰਾਂ ਦੀ ਵਜ੍ਹਾ ਨਾਲ ਇੱਕ ਤਾਂ ਪੜ੍ਹਾਈ ਹੋ ਗਈ ਦੁਨਿਆਵੀ। ਉਤੋਂ ਬੱਚੇ ਕਹਿੰਦੇ ਆ ਵੀ ਜੇ ਅਸੀਂ ਪੜ੍ਹਦੇ ਹਾਂ ਤਾਂ ਅਸੀਂ ਮਹੀਨੇ ਦੀ ਫੀਸ ਵੀ ਬੜੀ ਦਿੰਦੇ ਹਾਂ, ਸਾਡਾ ਮਾਸਟਰ ਮੈਡਮ ਕੀ ਦੇ ਰਿਹਾ ਹੈ। ਉਹ ਸ਼ਰਧਾ ਭਾਵਨਾ ਹੁਣ ਜਿਹੜੀ ਮੁੱਕ ਗਈ ਹੈ। ਜਿਹੜੇ ਕੋਈ ਚੇਲਿਆਂ ਦੀ, ਕੋਈ ਗੁਰੂਆਂ 'ਤੇ, ਆਪਣੇ ਵਿੱਦਿਆ ਦਾਤਿਆਂ 'ਤੇ, ਇਹ ਤਾਂ ਸਕੂਲਾਂ ਦੀ ਗੱਲ ਹੈ। ਆ ਜਿਹੜਾ ਟਕਸਾਲ ਵਿੱਚ ਪੜ੍ਹਨਾ ਹੈ, ਕਿਸੇ ਸੰਤ ਮਹੰਤ ਗਿਆਨੀ ਤੋਂ ਪੜ੍ਹਨਾ ਹੈ, ਉੱਥੇ ਵੀ ਸਾਧ ਸੰਗਤ ਜੀ ਇਹੋ ਜਿਹੇ ਕਈ ਹੈ ਕਿ ਉਹ ਜਿਹੜੇ ਉਸਤਾਦ ਕੋਲ ਪੜ੍ਹਨਾ ਨਾ, ਕਈ ਤਾਂ ਉਹ ਉਸਤਾਦ ਜੀ ਨੂੰ ਫਤਿਹ ਵੀ ਬੁਲਾ ਕੇ ਖੁਸ਼ ਨਹੀਂ ਹੁੰਦੇ। ਆ ਵੇਖ ਕੇ ਅੱਖਾਂ ਜਿਹੀਆਂ ਚਰਾ ਕੇ ਲੰਘ ਜਾਣਗੇ ਇੱਧਰ ਉੱਧਰ ਦੀ, ਕਦਰ ਨਹੀਂ ਕਰਦੇ। ਕੋਈ ਗੁਰੂ ਦਕਸ਼ਣਾ ਨਹੀਂ ਦਿੰਦੇ। ਪਹਿਲਾਂ ਤਾਂ ਗੁਰੂ ਦਕਸ਼ਣਾ ਦੇਣੀ ਪੈਂਦੀ ਸੀ ਅਤੇ ਫਿਰ ਜਾ ਕੇ ਕਿਤੇ ਵਿੱਦਿਆ ਕੋਈ ਗੁਣ ਮਿਲਣਾ। ਹੁਣ ਤਾਂ ਗੁਰੂ ਨੂੰ ਕੋਈ ਦਕਸ਼ਣਾ ਨਹੀਂ ਦਿੰਦੇ। ਟਕਸਾਲ 'ਚ ਜਿਹੜੇ ਪੜ੍ਹਨ ਵਾਲੇ ਹੈ ਅਤੇ ਉਹ ਸਾਧ ਸੰਗਤ ਜੀ ਜੇ ਆਪਣੇ ਕੋਲ ਸਮਰੱਥਾ ਹੈ ਅਤੇ ਉਸਤਾਦ ਜੀ ਨੂੰ ਕੁਝ ਨਾ ਕੁਝ ਦਿੰਦੇ ਰਹਿਣਾ ਚਾਹੀਦਾ ਹੈ, ਚਾਹੇ ਖਾਣ ਨੂੰ, ਚਾਹੇ ਕੋਈ ਪੈਸਾ। ਉਸਤਾਦ ਇਸ ਚੀਜ਼ ਦਾ ਭੁੱਖਾ ਨਹੀਂ ਹੁੰਦਾ, ਪਰ ਜੇ ਉਹਦਾ ਮਾਣ ਸਤਿਕਾਰ ਕਰਾਂਗੇ ਤਾਂ ਉਹ ਵਿੱਦਿਆ ਜ਼ਿਆਦਾ ਫਲਦੀ ਹੈ, ਜ਼ਿਆਦਾ ਫਲ ਮਿਲਦਾ ਉਹਦਾ। ਅਤੇ ਹੁਣ ਇਹ ਚੀਜ਼ ਲੋਕਾਂ ਨੇ ਭੁਲਾ ਛੱਡੀ ਹੈ। ਗੁਣ ਚਾਹੀਦਾ ਹੈ, ਬਾਕੀ ਕੁਝ ਨਹੀਂ ਚਾਹੀਦਾ। ਸਿਖਾ ਦਿਓ ਕਿਸੇ ਨੂੰ, ਅੱਖਾਂ ਫੇਰ ਜਾਂਦੇ ਬਾਅਦ ਵਿੱਚ। ਪਰ ਉਹ ਬਚਨ ਆਉਂਦੇ ਆ ਸਾਰ ਕਿਤਾਬਲੀ ਗ੍ਰੰਥ ਸ਼ਾਸਤਰ, ਇੱਕ ਅੱਖਰ ਦਾਤਾ ਜੋ ਗੁਰ, ਜੋ ਸੇਵਤ ਨਹਿਤਾਸ, ਜਨਮ ਪਾਏ 100 ਸਵਾਨ ਕੋ, ਬਹੁਰ ਸਵੱਪਚ ਘਰ ਵਾਸ। ਇਹਦਾ ਅਰਥ ਇਹ ਹੈ ਵੀ ਇੱਕ ਅੱਖਰ ਵੀ ਜੇ ਕੋਈ ਕਿਸੇ ਨੂੰ ਸਿਖਾ ਦਿੰਦਾ ਨਾ, ਉਹ ਉਹਦਾ ਵਿੱਦਿਆ ਦਾਤਾ ਹੈ। ਤਾਂ ਉਹ ਇੱਕ ਅੱਖਰ ਸਿੱਖਣ ਵਾਲੇ ਕੋਂ, ਜਿਸ ਕੋ ਸਿੱਖਿਆ, ਜਿਸ ਉਸਤਾਦ ਕੋਂ, ਜੇ ਉਹਦੀ ਸੇਵਾ ਨਹੀਂ ਨਾ ਕਰਦਾ, ਉਹਦਾ ਮਾਣ ਸਤਿਕਾਰ ਨਹੀਂ ਕਰਦਾ, ਅਤੇ ਸ਼ਾਸਤਰ 'ਚ ਲਿਖਿਆ ਹੋਇਆ ਕਿ ਉਹ ਪਾਏ ਜਨਮ 100 ਸਵਾਨ ਕੋ, ਉਹ ਕੁੱਤੇ ਦਾ ਜਨਮ ਪਾਉਂਦਾ 100 ਜਨਮ। 100 ਜਨਮ ਉਹ ਕੁੱਤੇ ਦਾ ਲੈਂਦਾ ਹੈ ਅਤੇ 100 ਜਨਮ ਤੋਂ ਬਾਅਦ ਉਹਦਾ ਜਨਮ ਜੇ ਹੋ ਵੀ ਜਾਵੇ, ਬਹੁਰ ਸਵੱਪਚ ਘਰ ਵਾਸ, ਫਿਰ ਚੰਡਾਲਾਂ ਦੇ ਨੀਵੀਂ ਜਾਤ ਵਿੱਚ ਇਹਦਾ ਵਾਸ ਹੁੰਦਾ, ਉੱਧਰ ਹੀ ਜਨਮ ਹੁੰਦਾ। ਅਤੇ ਸਵੱਪਚ ਦਾ ਅਰਥ ਹੈ ਚੰਡਾਲ ਲੋਕ ਕੁੱਤਾ ਖਾਂਦੇ ਹੈ, ਭਾਵ 100 ਜਨਮ ਪਹਿਲਾਂ ਕੁੱਤਾ ਬਣਿਆ, ਫਿਰ ਚੰਡਾਲਾਂ ਘਰ ਜਨਮ ਲੈ ਕੇ ਅਤੇ ਕੁੱਤੇ ਖਾਣ ਲੱਗ ਪਿਆ, ਆਪਣੇ ਆਪ ਨੂੰ ਬਚਾਉਣ ਹੀ ਲੱਗ ਪਿਆ। ਇਵੇਂ ਦੀ ਹਾਲਤ ਹੁੰਦੀ ਹੈ। ਅਤੇ ਸ਼ਾਸਤਰ ਕੁਝ ਗਲਤ ਨਹੀਂ ਕਹਿੰਦੇ ਜਾਂ ਝੂਠ ਨਹੀਂ ਕਹਿੰਦੇ। ਇਹ ਤਾਂ ਸਾਡੇ ਕਥਾ ਅੱਗੇ ਆਏ ਜਾਣੀ ਹੈ ਕੌਡੇ ਰਾਕਸ਼ ਦੀ। ਅਤੇ ਕੌਡੇ ਰਾਕਸ਼ ਨੂੰ ਜਦੋਂ ਗੁਰੂ ਜੀ ਨੇ ਗਿਆਨ ਬਖਸ਼ ਦਿੱਤਾ ਸੀ, ਅਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਜਾਨੀ ਜਾਨ ਅੰਤਰਜਾਮੀ ਹੈ, ਫਿਰ ਵੀ ਕਹਿੰਦੇ ਵੀ ਹੈ ਕੌਡੇ ਰਾਕਸ਼ ਦੱਸ ਵੀ ਤੇਰਾ ਜਿਹੜਾ ਜਨਮ ਤੂੰ ਰਾਕਸ਼ ਬਣਿਆ ਕਿਉਂ ਬਣਿਆ ਹੈ। ਕਹਿੰਦਾ ਮਹਾਰਾਜ ਆਪ ਤੇ ਅੰਤਰਜਾਮੀ ਸੱਚੇ ਪਾਤਸ਼ਾਹ, ਤੁਹਾਨੂੰ ਕੌਣ ਦੱਸੇ, ਭਾਵ ਜੋ ਸਾਰੇ ਜਾਣਦੇ ਹੋ। ਮਹਾਰਾਜ ਕਹਿੰਦੇ ਠੀਕ ਅਸੀਂ ਤਾਂ ਜਾਣਦੇ ਹਾਂ, ਭਾਈ ਮਰਦਾਨਾ ਜੀ ਪੁੱਛਦੇ, ਇਹਨਾਂ ਨੂੰ ਵੀ ਦੱਸ ਦਿਓ। ਕਹਿੰਦਾ ਮਹਾਰਾਜ ਸੁਣੋ, ਇੱਕ ਸਮਾਂ ਸੀ ਸੱਚਾ ਪਾਤਸ਼ਾਹ, ਇੱਕ ਸਮਾਂ ਸੀ ਮੈਂ ਆਪਣੇ ਇੱਕ ਵਿੱਦਿਆ ਗੁਰੂ ਤੋਂ ਪੜ੍ਹਦਾ ਸਾਂ। ਉਦੋਂ ਕੋ ਮੈਂ ਪੜ੍ਹਦਾ ਰਿਹਾ ਅਤੇ ਮੈਂ ਚੰਗਾ ਗਿਆਨੀ ਬਣ ਗਿਆ, ਵਿਦਵਾਨ ਬਣ ਗਿਆ। ਇੱਕ ਦਿਨ ਦੀ ਗੱਲ ਹੈ, ਮੈਂ ਐਵੇਂ ਹੀ ਆਪਣੀ ਮੌਜ ਵਿੱਚ ਲੇਟਿਆ ਹੋਇਆ ਸਾਂ ਆਪਣੇ ਕੁਟੀਆ ਦੇ ਵਿੱਚ,
मेरे विद्या गुरु आ गए, विद्या दाते वो संत कहते मैं उन्होंने वेख के उठिया ही नहीं भी लै इन्हों ने कि उठना, मैं किते घट पढ़िया हाँ, सुता ही रहा, लम्मे ही प्या रहा, हंकार च ही रहा। वो संत आ गए कहन लगे मेरे उस्ताद कि देख जे तू नहीं उठिया तो ये साडा कोई मान नहीं घटदा है, भाव सानू कोई फर्क नहीं पैंदा, तू सत्कार करे ना करे, क्योंकि गुण देण वाले तेनू असीं हाँ, तू की है। बाकी आने वाले समय विच मर्यादा विगड़ जाएगी, दुनिया के लोग ऐसा ही करनगे। इस करके जिहड़ा तू हंकारिया फिरदा जा जाके आदमखोर बन, मनुखी खा, तेरी बुद्धि मनुखा वाली नहीं है, तेरी बुद्धि राक्षसां वाली है। फिर वो साध संगत जी कौडा राक्षस तां वो कौडा राक्षस बनया सी क्योंकि उन्हें उस्ताद अपने दा कदर नहीं कीता। इवें विचार आउंदे, बड़ियां ये कथावां आउंदियां समय समय नाल, बड़ियां जुगां जुगां दी कथा है। ये इन्ना कुछ कहण दा मकसद भी भाई संतोख सिंह जी जिन्ना महान कमाई कीती करनी कीती ते उन्होंने ने अपने विद्या दाते दा मंगल किया भी मेरे विद्या गुरु भाई संत सिंह जी है जिन्हें मैनू पढ़ाया है। तो फिर साध संगत जी भाई संत सिंह जी महान कमाई वाले सी, दमदमी टकसाल के 5वें मुखी भी होए हैं, श्री हरमंदर साहब कथा भी करया करते सी। बृज भाषा दे संस्कृत विच बड़े विद्वान महान ते गुरु की सेवा इन्नी करते। श्री हरमंदर साहब जिस गली विच संगत का जूठा पैंदा सी, वो जूठा ही साफ करते रहिंदे सी। उंज वो हैड ग्रंथी सन श्री हरमंदर साहब दे। हुण किसी हैड ग्रंथी नूं कह के वेखो इदां सेवा करें। भाई संत सिंह बड़े कमाई वाले, महाराजा रणजीत सिंह जी इन्हां दा इन्ना सत्कार करते सी कोई हिसाब ही नहीं। जिहो जे विद्या दा ते कमाई वाले फिर उहो जिहा प्रभाव पैंदा अगले ते भी मेरा उस्ताद ऐसा तो मैं भी ऐसे बनना है। फिर भाई संतोख सिंह भी ऐसा सिमरन करया करदे, बड़ी कमाई। भाई साहब जी दे भैन जी जो सन उन्हां दा ही एक बचन है, वो कहंदे सी मेरे भरा भाई संतोख सिंह जी रात कहंदे 1:30 बजे उठ के ते समाधि विच बैठ जांदे सी। 1:30 बजे उठ के समाधि 'च बैठना, रात सारे ऐ एकागर चित्त हो के बैठे रहना। जदों दिन चढ़ना कहंदे साडे भरा दा इन्ना मुख ते लालो लाल, गुरमुख लालो लाल है, इन्ना रंग चढ़िया हुंदा सी प्रताप ते कहंदे वेख्या नहीं सी जांदा, इन्ना मुख लाल हुंदा सी। फिर उठना, हत्थ विच एक सोटी जी लैके ते जिथे सभा हुंदी सी कवियां दी, वो कवियां विच जाके ते कदी इधर ते कदी उधर फिरना, अखां बंद रखणियां। आ जिहड़ा आपां इतिहास सरवण करना है, ये इतिहास कवि साहब जी ने इवें लिखाया है। अखां बंद करके सोटी जी लैके तो कवियां विच फिरी जाना ते अखां बंद करके वो तुकां उचारी जाणियां, कथा उचारी जानी। ਜਿਹੜੇ नाल दे कवि वो लिखी जाया करन, ਜਿਹੜੇ कवि वाले जाना उन्हें जिहड़ी चीज़ बोलनी उन्हें दवा दावे लिख लैनी। फिर उन्हें इकट्ठियां बैठ करके ते ऐ काव बंद काव के नियमां च कर लैना। तो भाई साहब जी ने सारी ये जिहड़ी कथा है ना कंठी उचारी है, कोई देख के नहीं उचारी कि पहला भी काव बंद पहला एक कविता बनाउंदे सी फिर लिखते सी, इवें कुछ नहीं, बस सुत्ते सेधी उचारी जाती सी। ते एवें भी दस्सिया जाता है जदों भाई संतोख सिंह जी समाधि लीन हुंदे सी ना, ते सच्चे पातशाह दसे गुरु साहबान ही जिहड़े गुरु जी की कथा लिखते सी कवि साहब जी, वह गुरु साहब जी अपना जीवन कौतक ऐ प्रतख दिखाउंदे सी उस समाधि विच। वो पूरा नक्शा बना देंदे सी कवि साहब, फिर उही नक्शा तैयार अपने मन च करके ते एवें सभा दे विच फिर तुर के वो कथा लिखाई है। तो ये जिहड़ी कथा है ना वेखो उहदी कमाई करके ही है ना, हुण कित्थे नहीं है जिहड़ी कथा हो रही है। तख्तां 'च चले जाओ, जिथे भी इतिहासी स्थान उत्थे ये कथा हो रही है। ये कमाई का सदका ही है ना जिथे सारे थां कथा हो रही है। फिर कवि साहब जी ने साध संगत जी ऐसा तप किया है
ਐਸੀ ਪ੍ਰਭਾਵਸ਼ਾਲੀ ਕਵਿਤਾ ਲਿਖੀ ਹੈ। ਇਹ 14 ਪੋਥੀਆਂ ਲਿਖੀਆਂ ਵਾ, ਕੋਈ ਇੱਕ ਪੋਥੀ ਨਹੀਂ ਹੈ। ਤੇ ਇੱਕ ਕੋਈ ਗੀਤ ਕੋਈ ਲਿਖਦੇ ਤਾਂ ਉਹਦਾ ਜੋ ਉਹਨੇ ਨੈੱਟ 'ਤੇ ਕੋਈ ਸਾਈਡ ਨਹੀਂ ਛੱਡੀ ਹੁੰਦੀ, ਸਭ 'ਤੇ ਉਹਨੇ ਪਾਇਆ ਹੁੰਦਾ ਵੀ ਮੇਰਾ ਇਹ ਗੀਤ ਹੈ। ਭਾਈ ਸੰਤੋਖ ਸਿੰਘ ਜੀ ਨੇ 14 ਪੋਥੀਆਂ ਲਿਖੀਆਂ ਹਨ। ਕਿਤੇ ਆਪਣੀ ਹੰਗਤਾ ਨਹੀਂ ਜਣਾਈ, ਹੰਕਾਰ ਨਹੀਂ ਜਣਾਇਆ। ਫਿਰ ਐਸਾ ਇਤਿਹਾਸ ਲਿਖਿਆ ਜਿਹੜੇ ਸਰਵਣ ਕਰਦੇ ਨਾ ਧਿਆਨ ਦੇ ਕੇ, ਉਹ ਹੂ ਬਹੂ ਨਕਸ਼ਾ ਹੀ ਉਤਾਰਿਆ ਹੋਇਆ ਅਤੇ ਅਨੁਭਵ ਐਸੇ ਹੀ ਹੁੰਦਾ ਹੈ ਵੀ ਮਾਨੋ ਕਿ ਜਿਵੇਂ ਗੁਰੂ ਜੀ ਲੀਲਾ ਦੀ ਕਥਾ ਸ਼ੁਰੂ ਕਰਦੇ ਹੈ। ਕਵੀ ਸਾਹਿਬ ਜੀ ਲਿਖਦੇ ਐਂ ਹੀ ਤੁਹਾਨੂੰ ਨਜ਼ਰ ਹੀ ਆਵੇਗਾ ਵੀ ਗੁਰੂ ਨਾਨਕ ਸਾਹਿਬ ਮਹਾਰਾਜ ਉਵੇਂ ਲੀਲਾ ਕਰ ਰਹੇ ਹੈ। ਜੇ ਗੁਰੂ ਜੀ ਕੋਈ ਕੌਤਕ ਕਰਦੇ ਆ ਸਿੱਖਾਂ ਵਾਸਤੇ, ਕੋਈ ਜੰਗ ਦੀ ਕਥਾ ਆਉਂਦੀ ਇਹਦੇ ਵਿੱਚ ਪੋਥੀਆਂ 'ਚ, ਉਵੇਂ ਦਾ ਹੀ ਦ੍ਰਿਸ਼ ਪੈਦਾ ਹੋ ਜਾਂਦਾ ਹੈ। ਸੁਣਨ ਵਾਲਾ ਕੋਈ ਹੋਵੇ ਸਹੀ, ਇਹ ਨਹੀਂ ਵੀ ਗੁਰੂ ਘਰ ਆ ਗਿਆ ਅਤੇ ਟਾਈਮ ਉਹਦਾ ਐਂ ਲੰਘ ਜਾਵੇ, ਕਿਤੇ ਧਿਆਨ ਹੋਰ ਕਿਤੇ ਹੀ ਹੋਵੇ। ਅਤੇ ਸਾਧ ਸੰਗਤ ਜੀ ਫਿਰ ਉਸੇ ਤਰ੍ਹਾਂ ਦ੍ਰਿਸ਼, ਕਿਉਂਕਿ ਗੁਰੂ ਸਾਹਿਬ ਜੀ ਦਿਖਾਉਂਦੇ ਸਨ ਆਪਣਾ ਦ੍ਰਿਸ਼ ਸਾਰਾ, ਕਵੀ ਸਾਹਿਬ ਜੀ ਉਹੀ ਆਪਣੇ ਮਨ ਵਿੱਚ ਰੱਖ ਕੇ ਬਾਅਦ ਵਿੱਚ ਉਹਨੂੰ ਉਚਾਰਨ ਕਰਦੇ ਸੀ ਅਤੇ ਕਵੀਆਂ ਦੀ ਸਭਾ ਲਿਖਦੀ ਸੀ। 14 ਪੋਥੀਆਂ ਇਤਿਹਾਸ ਦੀਆਂ ਵੇ ਲਿਖੀਆਂ ਕਵੀ ਸਾਹਿਬ ਜੀ ਨੇ। ਸੰਤ ਦੱਸਦੇ ਆ ਵੀ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ 72 ਵਾਰ ਦਰਸ਼ਨ ਕੀਤਾ ਹੈ ਭਾਈ ਸੰਤੋਖ ਸਿੰਘ ਜੀ ਨੇ। ਭਗਤ ਨਾਮਦੇਵ ਜੀ ਵੀ ਜਿਹੜੇ ਸੀ ਉਹਨਾਂ ਨੇ 72 ਵਾਰ ਦਰਸ਼ਨ ਕੀਤਾ ਅਤੇ ਸ਼ੀਂਬਾ ਜਾਤ ਵਿੱਚੋਂ ਸੀ। ਭਾਈ ਸੰਤੋਖ ਸਿੰਘ ਜੀ ਵੀ ਸ਼ੀਂਬਾ ਜਾਤ ਵਿੱਚੋਂ ਹੈ ਅਤੇ 72 ਵਾਰੀ ਦਰਸ਼ਨ ਕੀਤੇ ਹੈ। ਇਵੇਂ ਮਹਾਨ ਕਵੀ ਭਾਈ ਸੰਤੋਖ ਸਿੰਘ ਜੀ ਆਪਣੇ ਵਿਦਿਆ ਗੁਰੂ ਦਾ ਮੰਗਲ ਜਿਵੇਂ ਕਰਕੇ ਵਡਿਆਈ ਕਰਕੇ ਦੱਸ ਰਹੇ ਹੈ। ਉਸ ਕਥਾ ਨੂੰ ਆਪਾਂ ਸਰਵਣ ਕਰੀਏ, ਮਨ ਬਿਰਤੀਆਂ ਕਰੋ ਇਕਾਗਰ, ਉਚਾਰਨ ਕਰੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕਬਿਤ ਨਿਤ ਹੀ ਭਗਤ ਰਤ, ਨਾਮ ਕੀਨੋ ਬ੍ਰਿਤ ਚਿਤ। ਭਾਈ ਸੰਤੋਖ ਸਿੰਘ ਜੀ ਵਿਦਿਆ ਦਾਤੇ। ਵਿਦਿਆ ਹੁੰਦੀ ਜਿਹੜੀ ਆਪਾਂ ਪੜ੍ਹਦੇ ਹਾਂ, ਦਾਤਾ ਕਹੀਦਾ ਜਿਹੜਾ ਵਿਦਿਆ ਦਾ ਅੱਖਰ ਪੜ੍ਹਾਵੇ ਉਹ ਦਾਤਾ, ਜਿਹਨੇ ਅੱਖਰਾਂ ਦਾ ਗਿਆਨ ਦਿੱਤਾ ਹੈ। ਦੇਣ ਵਾਲੇ ਦੇ ਉਂਝ ਪਰਮੇਸ਼ਰ ਗੁਰੂ ਹੀ ਹੈ, ਪਰ ਸਾਧ ਸੰਗਤ ਜੀ ਸਬੱਬ ਦੇ ਕੋਈ ਨਾ ਕੋਈ ਵਿੱਚ ਹੁੰਦਾ ਹੀ ਹੈ। ਸਿੱਧਾ ਤਾਂ ਆਪਾਂ ਕੰਮ ਕੋਈ ਕਰ ਨਹੀਂ ਸਕਦੇ, ਇਹਦੇ ਗੁਰੂ ਦੇ ਸੰਤ ਹੀ ਆ ਜਿਹੜੇ ਵਿੱਚ ਵਿਚੋਲਗੀ ਕਰਕੇ ਅਤੇ ਸਾਨੂੰ ਸਾਡਾ ਭਲਾ ਕਰ ਸਕਦੇ ਹੈ। ਭਾਈ ਸਾਹਿਬ ਜੀ ਕਹਿੰਦੇ ਮੇਰੇ ਜੋ ਭਾਈ ਉਸਤਾਦ ਸਨ ਉਹ ਕੋਈ ਐਵੇਂ ਨਹੀਂ ਹੈ, ਐਵੇਂ ਨਹੀਂ ਕਿ ਅੱਖਰਾਂ ਦਾ ਗਿਆਨ ਝਾੜਨ ਵਾਲੇ ਨਹੀਂ ਹੈ, ਜਾਂ ਅੱਜ ਕੱਲ੍ਹ ਦੇ ਜਿਵੇਂ ਕਿ ਉਹ ਕਥਾ ਕਰੀ ਜਾਂਦੇ ਹੈ ਮੇਰੇ ਵਰਗੇ। ਅੰਦਰ ਇੱਕ ਨਹੀਂ ਕਿਤੇ ਗੱਲ ਹੈ, ਅੰਦਰ ਕਿਤੇ ਗੁਰੂ ਦੀ ਭਗਤੀ ਮਾਸਾ ਨਹੀਂ, ਮਾਨੋ ਜਿਵੇਂ ਖਾਲੀ ਭਾਂਡੇ ਟਨ 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 ਕਰਦੇ ਹੈ, ਉਸੇ ਤਰ੍ਹਾਂ ਵੱਜਣ ਵਾਲੀ ਗੱਲ ਸਾਡੀ। ਪਰ ਕਵੀ ਸਾਹਿਬ ਜੀ ਕਹਿੰਦੇ ਮੇਰੇ ਜੋ ਗੁਰੂ ਸਨ ਉਹ ਜਿਹੜੀ ਪਰਮੇਸ਼ਰ ਦੀ ਪ੍ਰੇਮਾ ਭਗਤੀ ਹੈ, ਵਾਹਿਗੁਰੂ ਨਾਮ ਦਾ ਚਿੰਤਨ ਹੈ, ਹਮੇਸ਼ਾ ਹੀ ਉਸ ਭਗਤੀ ਵਿੱਚ ਰੰਗੇ ਰਹਿੰਦੇ ਸੀ, ਮਸਤ ਹੀ ਰਹਿੰਦੇ ਸੀ। ਨਾਮ ਕੀਨੋ ਬ੍ਰਿਤ ਚਿਤ। ਤੇ ਉਹਨਾਂ ਜਿਹੜੀ ਚਿੱਤ ਦੀ ਬਿਰਤੀ ਕੀਤੀ ਹੈ ਨਾ, ਉਹ ਨਾਮ ਦੀ ਹੀ ਕੀਤੀ ਹੈ। ਚਿੱਤ ਵਿੱਚ ਹੋਰ ਕੋਈ ਗੱਲ ਨਹੀਂ ਹੈ। ਚਿੱਤ ਦੀਆਂ ਬਿਰਤੀਆਂ ਸਾਧ ਸੰਗਤ ਜੀ 5 ਮੰਨੀਆਂ ਹੈ। ਉਹਨਾਂ ਦਾ ਇੱਥੇ ਲਿਖਿਆ ਹੈ, ਇੱਕ ਤੇ ਹੈ ਚਿੱਤ ਦੀ ਬਿਰਤੀ ਜਿਹੜੀ ਪ੍ਰਮਾਣ, ਇੱਕ ਪ੍ਰਮਾਣ ਹੈ, ਦੂਜੀ ਹੈ ਵਿਪਰਜੈ, ਤੀਸਰੀ ਹੈ ਵਿਕਲਪ, ਚੌਥੀ ਹੈ ਨਿੰਦਰਾ, ਪੰਜਵੀਂ ਹੈ ਸਿਮਰਤੀ। ਇਹ 5 ਚਿੱਤ ਦੀਆਂ ਬਿਰਤੀਆਂ ਹੈ। ਸਾਰਾ ਸਿਆਪਾ ਇਹ ਚਿੱਤ ਦੀਆਂ 5 ਬਿਰਤੀਆਂ ਦਾ ਹੀ ਹੈ। ਚਿੱਤ ਕਹਿ ਲਓ, ਅੰਤःਕਰਨ ਕਹਿ ਲਓ, ਮਨ ਕਹਿ ਲਓ, ਮਨ ਦੀ ਹੀ ਬਿਰਤੀ ਹੁੰਦੀ ਹੈ। ਉਂਝ ਤੇ ਮਨ ਰਾਹੀਂ ਨਿਕਲਦੀ ਚਿੱਤ ਦਾ ਨਾਮ ਹੈ।
ਭਾਈ ਸਾਹਿਬ ਜੀ ਕਹਿੰਦੇ ਮੇਰੇ ਜੋ ਵਿਦਿਆ ਗੁਰੂ ਹੈ ਉਹਨਾਂ ਦੀ ਜਿਹੜੀ ਚਿੱਤ ਦੀ ਬਿਰਤੀ ਹੈ ਉਹਨਾਂ ਨੇ ਨਾਮ ਹੀ ਕੀਤੀ ਹੋਈ, ਭਾਵ ਪੰਜੇ ਬਿਰਤੀਆਂ ਨੂੰ ਸੰਕੋਚ ਕੇ ਇੱਕ ਨਾਮ 'ਚ ਹੀ ਟਿਕਾਈ ਹੋਈ ਹੈ। ਸ਼ਾਸਤਰਾਂ ਮੁਤਾਬਕ ਜਿਹੜੀਆਂ ਪੰਜ ਬਿਰਤੀਆਂ ਦਾ ਕਥਨ ਹੈ ਕਿ ਜਿਹੜੀ ਪ੍ਰਮਾਣ ਬਿਰਤੀ ਹੈ, ਜਿਹੜੀਆਂ ਦਿਸਣ ਵਾਲੀਆਂ ਵਸਤਾਂ ਹੈ, ਜਿਹੜੀਆਂ ਸਾਹਮਣੇ ਸਾਨੂੰ ਚੀਜ਼ਾਂ ਦਿਖ ਰਹੀਆਂ ਹੈ, ਇਹਨਾਂ ਵਿੱਚ ਮਨ ਦਾ ਪਰਚੇ ਰਹਿਣਾ, ਇਹਨਾਂ ਵਿੱਚ ਹੀ ਭਾਵ ਲੱਗੇ ਰਹਿਣਾ। ਦੂਜੀ ਹੈ ਵਿਪਰਜੈ, ਕਿ ਵੇਦ ਸ਼ਾਸਤਰ ਤੇ ਗੁਰੂ ਦੀ ਆਗਿਆ ਤੋਂ ਉਲਟ ਬ੍ਰਾਹਮਣ ਨੂੰ ਅਸਤ ਤੇ ਜਗਤ ਨੂੰ ਸਤ ਜਾਣਨਾ। ਤੇ ਜਿਹੜੇ ਗੁਰੂ ਹੈ, ਧਰਮ ਗ੍ਰੰਥ ਹੈ, ਇਸੇ ਤਰ੍ਹਾਂ ਗੁਰੂ ਦੀ ਜਿਹੜੀ ਆਗਿਆ ਹੈ ਉਹਨੂੰ ਤੇ ਜਾਣਨਾ ਉਲਟੇ ਹੋਏ ਰਹਿਣਾ, ਇਹ ਨਹੀਂ ਅਸੀਂ ਮੰਨਦੇ, ਇਹ ਕਿਵੇਂ ਹੈ। ਤੇ ਜਿਹੜਾ ਸੰਸਾਰ ਹੈ ਇਹ ਤੇ ਵੇਖੋ ਦਿਸ ਰਿਹਾ, ਇਹ ਤੇ ਸੱਚ ਹੈ, ਗੁਰੂ ਦੀ ਗੱਲ ਨੂੰ ਛੱਡ ਕੇ ਤੇ ਉਲਟੇ ਪਾਸੇ ਲੱਗਣਾ। ਤੀਜੀ ਨੇਤਰ ਆਪਣੇ ਚਿੱਤ ਦੀ ਬਿਰਤੀ ਆ ਨਿੰਦਰਾ, ਭਾਵ ਜਿਹੜੀ ਨੀਂਦ ਆ ਜਾਣੀ। ਮਨ ਤੇ ਜਿਹੜੀ ਬੁੱਧੀ ਹੈ, ਜਿਵੇਂ ਦਰਬਾਰ 'ਚ ਬੈਠਿਆਂ ਵੀ ਭਾਵੇਂ ਮਨ ਬੁੱਧੀ ਦੇ ਕੋਲ ਹੀ ਹੈ ਸਾਡੇ, ਪਰ ਬੇਸਮਝੀ 'ਚ ਚਲੇ ਜਾਣ, ਕੁਝ ਨਾ ਸੁਣਨ। ਇੱਕ ਬਿਰਤੀ ਹੈ ਚਿੱਤ ਦੀ ਵਿਕਲਪ, ਕਲਪਨਾ ਕਰੀ ਜਾਣੀਆਂ। ਬਿਰਤੀ ਦਾ ਇਕਾਗਰ ਨਾ ਹੋਣਾ, ਭਾਵ ਬਿਰਤੀ ਨਹੀਂ ਕਦੇ ਟਿਕੀ ਗੁਰੂ ਦੇ ਸ਼ਬਦ ਦੇ ਵਿੱਚ। ਇੱਛਾ ਸਾਰੀਆਂ ਆਉਂਦਿਆਂ ਹੀ ਅਰਦਾਸਾਂ ਕਰ ਲੈਣੀਆਂ, ਸਭ ਕੁਝ ਮਹਾਰਾਜ ਅੱਜ ਭਰ ਦਿਓ, ਇੱਕ ਇਹ ਚਿੱਤ ਦੀ ਬਿਰਤੀ ਹੈ। ਪੰਜਵੀਂ ਹੈ ਸਿਮਰਤੀ, ਗੁਰੂ ਦੇ ਨਾਮ ਜਪਣ ਵੇਲੇ ਆ ਕੰਮਾਂ ਨੂੰ ਯਾਦ ਕਰੀ ਜਾਣਾ। ਇੱਕ ਤੇ ਸ਼ਾਸਤਰਾਂ ਮੁਤਾਬਕ ਇਹਨਾਂ ਦੀ ਵੱਖੋ ਵੱਖਰੀ ਨਿਵਰਤੀ ਦੱਸੀ ਹੈ। ਇੱਕ ਜਿਹੜੀ ਇੱਥੇ ਲਿਖੀ ਹੈ ਪ੍ਰਮਾਣ, ਪ੍ਰਮਾਣ ਕਿਹਨੂੰ ਕਹੀਦਾ ਸਾਧ ਸੰਗਤ ਜੀ? ਅਗਿਆਨ ਇੰਦਰੀਆਂ ਨੂੰ। ਇਹ ਵਿਦਾਂਤ ਮਤ 'ਚ ਦੱਸਿਆ ਜਾਂਦਾ ਥੋੜ੍ਹਾ, ਪਰਮਾਤਾ, ਪ੍ਰਮਾਣ, ਪਰਮੇਹ, ਧਿਆਤਾ, ਧਿਆਨ, ਤੇ ਗਿਆਤਾ, ਗਿਆਨ, ਗੇ। ਇਹਨੂੰ ਸਮਝਣਾ ਥੋੜ੍ਹਾ ਔਖਾ ਹੈ। ਆਪਾਂ ਥੋੜ੍ਹਾ ਸਥੂਲ ਦ੍ਰਿਸ਼ਟੀ ਨਾਲ ਦੱਸੀਏ ਵੀ ਪਰਮਾਤਾ ਕਹੀਦਾ ਹੈ ਮਾਨੋ ਮਨ, ਅੰਤঃਕਰਨ। ਤੇ ਮਨ ਦੀ ਬਿਰਤੀ ਕਾਹਦੇ ਰਾਹੀਂ ਨਿਕਲੀ? ਪ੍ਰਮਾਣ ਰਾਹੀਂ। ਪ੍ਰਮਾਣ ਕੀ ਹੈ? ਅੱਖਾਂ। ਮਨ ਦੀ ਬਿਰਤੀ ਨਿਕਲੀ, ਮਨ 'ਚ ਫੁਰਨਾ ਉੱਠਿਆ, ਉਹ ਬਿਰਤੀ ਨਿਕਲੀ ਅੱਖਾਂ ਰਾਹੀਂ ਬਾਹਰ। ਬਾਹਰ ਕੀ ਵੇਖ ਲਿਆ? ਸਾਹਮਣੇ ਜਿਵੇਂ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਹੈ, ਇਹਨੂੰ ਕਹੀਦਾ ਹੈ ਜਿਹੜਾ ਨੇਤਰ ਹੈ ਜਿਹਨਾਂ ਵੇਖਿਆ, ਇਹਨੂੰ ਕਹੀਦਾ ਪ੍ਰਮਾਣ। ਅਤੇ ਜਿਹਨੂੰ ਵਿਸ਼ਾ ਕੀਤਾ, ਭਾਵ ਜਿਹਨੂੰ ਅਸੀਂ ਵੇਖਿਆ, ਉਹਨੂੰ ਕਹੀਦਾ ਪਰਮੇਹ। ਸਿੱਧਾ ਜਿਹਾ ਮਤਲਬ ਵੀ ਇੱਕ ਤੇ ਮਨ ਦੀ ਬਿਰਤੀ ਪ੍ਰਮਾਣ, ਭਾਵ ਅੱਖਾਂ ਨਾਲ ਜਿਹੜਾ ਅਸੀਂ ਵੇਖਦੇ ਹਾਂ। ਹੁਣੇ ਇੱਥੇ ਸੰਗਤ 'ਚ ਬੈਠੇ ਹਾਂ, ਕੋਈ ਆ ਗਿਆ ਅਤੇ ਉਸੇ ਵੇਲੇ ਅੱਖਾਂ ਤਾਂ ਨੂੰ ਕਰਕੇ ਆਹ ਕੌਣ ਆਇਆ ਹੈ, ਉਸੇ ਵੇਲੇ ਵੇਖਣ ਲੱਗ ਪੈਣਾ। ਇੱਥੇ ਬੈਠੇ ਹਾਂ, ਪ੍ਰਮਾਣ ਜਿਹੜਾ ਨੱਕ ਹੈ, ਸੁਗੰਧੀ ਆ ਗਈ, ਆਵਾਜ਼ ਕਿੱਥੋਂ ਆਉਣ ਡਈ ਹੈ। ਬੈਠਾ ਸੰਗਤ ਵਿੱਚ ਹੈ, ਪਰ ਉਹ ਮਨ ਦੀ ਬਿਰਤੀ ਨਹੀਂ ਨਾ ਟਿਕੀ ਹੋਈ, ਟਿਕਾਣੇ ਨਹੀਂ ਹੈ, ਅੰਤਰਮੁਖ ਨਹੀਂ ਹੈ, ਅਤੇ ਧਿਆਨ ਹੋ ਗਿਆ ਸੁਗੰਧੀ ਵੱਲ। ਇੱਥੇ ਬੈਠਾ ਦਰਬਾਰ 'ਚ, ਬਾਹਰ ਕੋਈ ਗਾਣਾ ਲੱਗ ਗਿਆ ਅਤੇ ਸਾਰਾ ਧਿਆਨ ਹੀ ਗਾਣੇ ਵੱਲ। ਜਿਹੜਾ ਸੰਗਤ ਦੇ ਵਿੱਚ ਕਿਹਾ ਜਾਣ ਡਿਆ ਉਹ ਨਹੀਂ ਸੁਣਿਆ ਜਾਂਦਾ। ਕਿਸੇ ਵੇਲੇ ਇੱਦਾਂ ਵੀ ਹੋ ਜਾਂਦਾ ਕਿ ਜਿਹੜੇ ਬਾਹਰ ਬੈਠਾ ਹੁੰਦਾ ਨਾ ਕੋਈ, ਉਹਨੂੰ ਤਾਂ ਜਾਂਦਾ ਸੁਣ। ਜਿਹੜੇ ਅਸੀਂ ਅੰਦਰ ਬੈਠੇ ਹਾਂ ਸੁਣਦੇ ਨਹੀਂ ਆ, ਅਤੇ ਕੋਈ ਜਦੋਂ ਬਾਹਰ ਜਾਂਦੇ ਉਹ ਕਹਿੰਦਾ ਵੀ ਅੱਜ ਆਹ ਗੱਲ ਸੁਣਾਉਣ ਡੇ ਸੀ, ਇਹ ਕਿਵੇਂ ਗੱਲ ਹੈ। ਤਾਂ ਫਿਰ ਸਾਡੇ ਵਰਗਾ ਕਹਿ ਦਿੰਦਾ ਜੀ ਉਹ ਉਦੋਂ ਮੇਰਾ ਧਿਆਨ ਨਹੀਂ ਸੀ, ਪਤਾ ਨਹੀਂ, ਮੈਂ ਨਹੀਂ ਸੁਣੀ। ਫਿਰ ਕਿਉਂਕਿ ਧਿਆਨ ਹੀ ਨਹੀਂ ਸੀ, ਮਨ ਦੀ ਬਿਰਤੀ ਨਹੀਂ ਸੀ, ਅਤੇ ਫਿਰ ਸੁਣਨੀ ਕਿੱਥੇ ਹੈ। ਇਸੇ ਤਰ੍ਹਾਂ ਹੀ ਸੰਗਤ 'ਚ ਬੈਠੇ ਹਾਂ, ਆ ਕੋਈ ਹੁਣੇ ਹੁੱਜ ਜੀ ਮਾਰ ਕੇ ਕਹਿ ਦੇ ਆ ਫੜ ਥੋੜ੍ਹਾ ਖਾ ਲਾ, ਅਤੇ ਦਵਾ ਦਾ ਫੜ ਕੇ ਖਾ ਲੈਣਾ, ਅਤੇ ਉਹ ਜਿਹੜਾ ਰਸ ਜਿਹਾ ਆਉਣ ਡਿਆ ਉੱਧਰ ਹੀ ਧਿਆਨ ਹੋ ਗਿਆ। ਜਿਹੜੀ ਕੋਈ ਕਥਾ ਆਉਂਦੀ ਇੱਧਰ ਬਿਲਕੁਲ ਨਹੀਂ ਧਿਆਨ। ਇਹ ਤਾਂ ਹੁੰਦਾ ਪ੍ਰਮਾਣ, ਭਾਵ ਜਿਹੜਾ ਹੁਣੇ ਕੋਈ ਆਏ ਅਤੇ ਵੇਖਣ ਲੱਗ ਪੈਣਾ ਤਾਂ ਅੱਖਾਂ ਚੁੱਕ ਕੇ। ਇੱਕ ਮਨ ਦੀ ਬਿਰਤੀ ਆ ਵਿਪਰਜਾ, ਉਲਟੇ ਖਿਆਲ ਆਈ ਜਾਣੇ। ਬੈਠੇ ਦੇ ਗੁਰੂ ਕੀ ਸੰਗਤ 'ਚ ਵਿੱਚ ਆ ਅਤੇ ਉਲਟਾ ਹੀ
ਇੱਥੇ ਕਿਹਾ ਜਾਣ ਡਿਆ ਭਾਈ ਐਵੇਂ ਗੁਰੂ ਨੇ ਕਰ ਦਿੱਤਾ, ਗੁਰੂ ਕੇ ਸਿੰਘ ਨੇ ਆਪਣਾ ਸੀਸ ਬਲੀਦਾਨ ਕਰਤਾ, ਤੇ ਉਲਟਾ ਹੀ ਖਿਆਲ ਹੈ। ਕਿਤੇ ਹੋ ਸਕਦਾ ਐਵੇਂ ਹੀ ਮਾਰੀ ਜਾਂਦੇ, ਉਹ ਉਲਟਾ ਖਿਆਲ, ਮਨ ਦੀ ਬਿਰਤੀ ਵਿਪਰਜੇ ਉਲਟੀ। ਤੀਸਰਾ ਕੀ ਹੈ? ਵਿਕਲਪ, ਤਰ੍ਹਾਂ ਤਰ੍ਹਾਂ ਦੇ ਖਿਆਲ ਕਰੀ ਜਾਣੇ, ਕਲਪਨਾ ਕਰੀ ਜਾਣੀਆਂ। ਮਨ ਦੀ ਬਿਰਤੀ ਕਲਪਨਾ ਕਰੀ ਜਾਂਦੀ ਕਈ ਤਰ੍ਹਾਂ ਦੀਆਂ। ਜਿਵੇਂ ਕਥਾ ਹੋ ਰਹੀ ਹੈ, ਅੱਗੇ ਤੇ 1 ਘੰਟਾ ਟਾਈਮ ਸੀ, ਤੇ 15 ਮਿੰਟ ਚਲੇ ਗਏ ਉੱਤੇ, ਤੇ 20 ਮਿੰਟ ਹੋ ਗਏ ਅੱਜ ਲੱਗਦਾ ਹਟਣਾ ਨਹੀਂ ਇਹਨੇ। ਤੇ ਉਹ ਵਿਕਲਪ, ਕਲਪਨਾ ਕਰਨੀ ਸ਼ੁਰੂ ਕਰ ਦਿੱਤੀ, ਤਰ੍ਹਾਂ ਤਰ੍ਹਾਂ ਦੇ ਖਿਆਲ। ਤੇ ਜਾਂ ਐਵੇਂ ਵੀ ਕਲਪਨਾ, ਹੁਣੇ ਕਥਾ ਕਰਦੇ ਕੋਈ ਉਲਟਾ ਸਿੱਧਾ ਬੋਲ ਦਿੱਤਾ, ਤੇ ਸੁਣ ਕੇ ਵੀ ਇਹਦੇ ਹੁਣੇ ਗੱਲ ਕੋਈ ਕਰਨ ਰਿਹਾ ਸੀ ਤੇ ਕਿਸੇ ਬੰਨੇ ਹੋ ਗਿਆ ਹੁਣੇ। ਇਵੇਂ ਮਨ ਦੀ ਬਿਰਤੀ ਵਿਕਲਪ, ਕਲਪਨਾ ਕਰਨ ਲੱਗ ਪੈਣੀ। ਫਿਰ ਚੌਥੀ ਮਨ ਦੀ ਬਿਰਤੀ ਹੈ ਨਿੰਦਰਾ, ਨੀਂਦ ਆਉਣ ਲੱਗ ਪੈਣੀ। ਜਿਵੇਂ ਕੋਈ ਨੀਂਦ ਵਿੱਚ ਸੁੱਤਾ ਹੋਵੇ ਨਾ, ਤੇ ਉਹਨੂੰ ਲਾਗੇ ਕੋਈ ਕੁਝ ਵੀ ਕਰੇ ਤਾਂ ਉਹਨੂੰ ਕਿਹੜਾ ਸਮਝ ਆਉਂਦੀ, ਕਿਹੜਾ ਵੇਖ ਰਿਹਾ, ਕਿਹੜਾ ਸੁਣ ਰਿਹਾ। ਇਸੇ ਤਰ੍ਹਾਂ ਕਈ ਗੁਰੂ ਕੀ ਸੰਗਤ 'ਚ ਬੈਠੇ, ਉਹਨਾਂ ਸਿਰ ਦਿੱਤਾ ਹੁੰਦਾ ਆਪਣੀਆਂ ਲੱਤਾਂ ਦੇ ਵਿੱਚ, ਜਿਵੇਂ ਕਿਸੇ ਪਰਚਾਉਣੀ 'ਤੇ ਗਏ ਹੋਣ, ਅਤੇ ਇਹੋ ਜਿਹਾ ਵੀ ਸੁਭਾਅ ਹੁੰਦਾ। ਅਤੇ ਉਹ ਸਿਰ ਜਾ ਕਈਆਂ ਦਾ ਜਾ ਕੇ ਪ੍ਰਦੱਖਣਾ ਨਹੀਂ ਵੱਜਦਾ ਨੀਂਦ ਵਿੱਚ, ਤੋ ਜੋ ਕੁਝ ਬੋਲਿਆ ਹੁੰਦਾ ਬਿਲਕੁਲ ਨਹੀਂ ਸੁਣਦਾ। ਭਾਵ ਮਨ ਵੀ ਅਗਿਆਨ 'ਚ ਲੀਨ, ਬੇਸਮਝੀ 'ਚ, ਅਤੇ ਬੁੱਧੀ ਵੀ ਲੀਨ ਅਗਿਆਨ 'ਚ। ਇਹ ਹੋ ਗਈ ਨਿੰਦਰਾ। ਪੰਜਵੀਂ ਬਿਰਤੀ ਹੈ ਮਨ ਦੀ ਸਿਮਰਤੀ। ਜਿਵੇਂ ਸਾਧ ਸੰਗਤ ਜੀ ਆਪਾਂ ਇੱਥੇ ਬੈਠੇ ਹਾਂ, ਅਤੇ ਕਦੋਂ ਦਾ ਬਚਪਨ ਲੰਘਿਆ ਹੈ, 50 ਸਾਲ ਦੀ ਉਮਰ ਦਾ ਬਜ਼ੁਰਗ ਸੰਗਤ 'ਚ ਬੈਠਾ, ਅਤੇ ਯਾਦ ਗੱਲ ਆ ਜਾਂਦੀ ਕਿਤੇ ਉਹ ਪੁੱਟੀ ਪੁਰਾਣੀ ਗੱਲ, ਐਵੇਂ ਹੀ ਪਤਾ ਕੋਈ ਨਹੀਂ ਕਿੱਥੋਂ ਖਿਆਲ ਫੁਰਾਉਣਾ, ਉਹ ਇੱਕ ਵਾਰ ਦੀ ਗੱਲ ਇੱਦਾਂ ਹੋ ਗਿਆ ਮਨ 'ਚ ਹੀ। ਹੁਣ ਇੱਥੇ ਬੈਠੇ ਹਾਂ ਜਾਂ ਗੁਰੂ ਕਾ ਭਜਨ ਬੰਦਗੀ ਕਰ ਰਹੇ ਹਾਂ, ਐਸੇ ਐਸੇ ਉਹ ਚੀਜ਼ਾਂ ਜਿਹੜੀਆਂ ਕੋਈ ਪੁਰਾਣੀਆਂ ਮਾੜੇ ਕੰਮ ਕੀਤੇ ਉਹ ਯਾਦ ਆਈ ਜਾਂਦੇ। ਇਵੇਂ 5 ਬਿਰਤੀਆਂ ਮਨ ਦੀਆਂ ਹੈ ਜਿਹੜੀਆਂ ਸਾਧ ਸੰਗਤ ਜੀ ਭਜਨ ਬੰਦਗੀ ਕਰਦਿਆਂ ਸਾਨੂੰ ਸਤਾਉਂਦੀਆਂ ਹੈ ਸਾਡੀ, ਕਿਉਂਕਿ ਕੋਈ ਬਿਲਕੁਲ ਨਹੀਂ ਅਵਸਥਾ। ਕਵੀ ਸਾਹਿਬ ਜੀ ਕਹਿ ਰਹੇ ਹੈ, ਮੇਰੇ ਜੋ ਗੁਰੂ ਹੈ ਨਾ ਭਾਈ ਸੰਤ ਸਿੰਘ ਜੀ, ਭਾਈ ਉਹਨਾਂ ਦੀ ਜਿਹੜੀ ਚਿੱਤ ਦੀ ਬਿਰਤੀ ਸੀ, ਉਹਨਾਂ ਦੇ ਨਾਮ ਹੀ ਕੀਤੀ ਹੋਈ ਸੀ। ਜਿਹੜੇ 5 ਆਪ ਜਿਹਨੂੰ ਗਣਾਏ ਮਨ ਦੀਆਂ ਬਿਰਤੀਆਂ, ਇਹ ਤਾਂ ਬਿਲਕੁਲ ਨਹੀਂ ਸੀ ਉਹਨਾਂ ਦਾ ਵਾਸਾ ਇਹਦੇ ਵਿੱਚ। ਉਹਨਾਂ ਦੇ ਮਨ ਵਿੱਚ ਸਿਰਫ ਚਿੱਤ ਵਿੱਚ ਇੱਕ ਪਰਮੇਸ਼ਰ ਦਾ ਨਾਮ ਹੀ ਵਾਸਾ ਕੀਤਾ ਸੀ। ਸੰਤਨ ਸੋ ਹਿਤ ਅਤ, ਤੇ ਉਹਨਾਂ ਦਾ ਸੰਤਾਂ ਦੇ ਨਾਲ ਹਿਤ ਕਹੀਏ ਪ੍ਰੇਮ ਅਤ ਦਾ ਸੀ। ਸੰਤਾਂ ਨਾਲ ਪ੍ਰੇਮ, ਤੇ ਸਾਡਾ ਸੰਤਾਂ ਨਾਲ ਵੈਰ ਕਮਾਵਦੇ, ਦੁਸ਼ਟਾਂ ਨਾਲ ਮੋਹ ਪਿਆਰ। ਅਸੀਂ ਸੰਤਾਂ ਨੂੰ ਗਾਲਾਂ ਤੇ ਦੁਸ਼ਟਾਂ ਨਾਲ ਆਪ ਹੀ ਬਹਿ ਫੜ ਚਾਹ ਪੀ, ਇਹਨੇ ਤੇ ਬਹੁਤ ਅੱਜ ਰੌਲਾ ਪਾਇਆ ਹੈ। ਸੰਤਾਂ ਨਾਲ ਵੈਰ, ਦੁਸ਼ਟਾਂ ਦਾ ਮੋਹ ਪਿਆਰ, ਉਹਨਾਂ ਵਾਸਤੇ ਮਰ ਜਾਨੇ, ਤੂੰ ਤੇ ਮੇਰਾ ਭਰਾ, ਤੇਰੇ ਵਾਸਤੇ ਦੱਸੀ ਕਿਤੇ ਲੋੜ ਇੱਕ ਪੂਰੀ ਕਰੂੰਗਾ ਮੈਂ। ਪਰ ਭਾਈ ਸਾਹਿਬ ਜੀ ਕਹਿੰਦੇ ਮੇਰੇ ਜੋ ਵਿੱਦਿਆ ਦਾਤੇ ਸਨ, ਉਹਨਾਂ ਦਾ ਸੰਤਾਂ ਨਾਲ ਬੜਾ ਪ੍ਰੇਮ ਸੀ। ਅਤੇ ਇੱਥੇ ਬਚਨ ਆਇਆ, ਅਤੇ ਜਿਹੜੇ ਅੱਜ ਕੱਲ੍ਹ ਦੇ ਵਿਦਵਾਨ ਹੈ ਨਾ, ਨਵੀਂ ਪਨੀਰੀ ਤੋਂ ਭਾਵ ਸਾਧ ਸੰਗਤ ਜੀ ਉਹਦੇ ਅਸੀਂ ਵੀ ਵਿੱਚ ਹੀ ਹਾਂ, ਪਰ ਅਸੀਂ ਵਿਦਵਾਨ ਕੋਈ ਨਹੀਂ। ਜਿਹੜੇ ਕੋਈ ਵੱਡੇ ਆਪਣੇ ਆਪ ਨੂੰ ਵਿਦਵਾਨ ਮੰਨਦੇ ਆ, ਯੂਨੀਵਰਸਿਟੀਆਂ ਦੇ ਪੜ੍ਹੇ ਹੋਏ, ਉਹ ਕਹਿੰਦੇ ਜੀ ਸੰਤ ਕੋਈ ਨਹੀਂ ਹੁੰਦਾ, ਕੋਈ ਸੰਤ ਨਹੀਂ ਹੈ। ਬਾਬਾ ਬੁੱਢਾ ਸਾਹਿਬ ਜੀ ਵੇਖੋ ਕੋਈ ਸੰਤ ਨਾਮ ਨਹੀਂ ਲਾਇਆ ਹੈ। ਬਾਬਾ ਦੀਪ ਸਿੰਘ ਵੇਖੋ ਕੋਈ ਅੱਗੇ ਸੰਤ ਨਾਮ ਨਹੀਂ ਲਾਇਆ ਹੈ। ਭਾਈ ਮਣੀ ਸਿੰਘ ਨੇ ਅੱਗੇ ਕੋਈ ਸੰਤ ਨਾਮ ਨਹੀਂ ਲਾਇਆ ਹੈ। ਇਸ ਕਰਕੇ ਸੰਤ ਸ਼ਬਦ ਤੇ ਹੁਣ ਦੀ ਟੋਲੀ ਨੇ ਮੋਹ ਲਿਆ ਹੈ, ਉਹਨਾਂ ਫੜ ਲਿਆ, ਕੋਈ ਸੰਤ ਨਹੀਂ ਹੁੰਦਾ। ਅਤੇ ਅਨੰਦਪੁਰ ਸਾਹਿਬ ਜਾਈਏ ਨਾ ਇਹਨਾਂ ਦਿਨਾਂ 'ਚ, ਹੁਣ ਹੋਲਾ ਮਹੱਲਾ ਆਉਣੀ ਵਾਲਾ, ਅਤੇ ਇਹੋ ਜਿਹਾ ਨੇ ਜਿਹੜਾ ਹੁਜਤਬਾਜ਼ੀ ਵਾਲਿਆਂ ਨੇ ਪੋਸਟਰ ਲਾਏ ਹੁੰਦੇ, ਖਾਲਸਾ ਜੀ ਜਾਗੋ, ਸੰਤ ਬਾਬੇ ਤਿਆਗੋ, ਇਹੋ ਜਿਹੇ ਪੋਸਟਰ ਲਾ ਕੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹੁੰਦੇ ਹੈ। ਪਰ ਗੁਰੂ ਜੀ ਦੇ ਕਹਿ ਰਹੇ ਗੁਰਬਾਣੀ ਵਿੱਚ, ਸੰਤ ਹੋ ਰਾਮਦਾਸ ਸਰੋਵਰ ਨੀਕਾ, ਹਮ ਸੰਤਨ ਕੀ ਰੇਣ ਪਿਆਰੇ, ਹਮ ਸੰਤਨ ਕੀ ਸ਼ਰਣਾ, ਸੰਤ ਹਮਾਰੀ ਓਟ ਸਥਾਨੀ, ਸੰਤ ਹਮਾਰਾ ਗਹਿਣਾ, ਸੰਤਨ ਸਿਉ ਮੇਰੀ ਲੇਵਾ ਦੇਵੀ, ਸੰਤਨ ਸਿਉ ਵਿਵਹਾਰਾ, ਸੰਤਨ ਸਿਉ ਹਮ ਲਾਹਾ ਖਾਟਿਆ, ਹਰ ਭਗਤ ਭਰੇ ਭੰਡਾਰਾ। ਗੁਰੂ ਜੀ ਦੇ ਸੰਤ 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 ਕਹਿੰਦੇ ਜਾ ਰਹੇ ਹੈ।
ਤੇ ਸੁਜਾਨ ਕਿਆ ਹੈ, ਭਗਤ ਕਿਆ ਹੈ, ਪਿਆਰਾ ਕਿਆ ਹੈ, ਲਾਲ ਕਿਆ ਹੈ, ਕੀ ਨਹੀਂ ਕਿਹਾ ਹੈ ਗੁਰੂ ਜੀ ਨੇ ਨਾਮ ਜਪਣ ਵਾਲਿਆਂ ਨੂੰ। ਜਿਹੜੇ ਨਾਮ ਜਪਦੇ ਆ ਭਾਈ ਉਹ ਸੰਤ ਹੀ ਤੇ ਹੁੰਦੇ ਆ। ਤਾਂ ਸੰਤ ਗੋਬਿੰਦ ਕੈ ਏਕ ਹੈ ਕਾਮ, ਜੋ ਪਰਮੇਸ਼ਰ ਦਾ ਕੰਮ ਉਹ ਸੰਤਾਂ ਦਾ ਕੰਮ ਹੈ। ਕਬੀਰ ਸੇਵਾ ਕੋ ਦੋਏ ਭਲੇ, ਏਕ ਸੰਤ ਇੱਕ ਰਾਮ, ਰਾਮ ਜੋ ਦਾਤਾ ਮੁਕਤ ਕੋ, ਸੰਤ ਜਪਾਵੈ ਨਾਮ। ਸੰਤ ਨਾਮ ਜਪਾਉਂਦੇ ਹੈ, ਪਰਮੇਸ਼ਰ ਮੁਕਤ ਕਰਦਾ ਹੈ। ਸੰਤ ਸਹਾਈ ਜੀ ਕੇ ਭਵਜਲ ਤਾਰਨ ਹਾਰ, ਸੰਤ ਜੀ ਦੇ ਸਹਾਈ ਹੈ। ਤੇ ਉਹ ਕਹਿੰਦੇ ਕੋਈ ਸੰਤ ਨਹੀਂ ਹੁੰਦਾ, ਕੋਈ ਬਾਬਾ ਨਹੀਂ ਹੁੰਦਾ। ਹੁਣ ਵੇਖੋ ਬਾਬਾ ਬੁੱਢਾ ਸਾਹਿਬ ਜੀ ਦੇ ਬਾਬਾ ਹੀ ਹੈ, ਬਾਬਾ ਗੁਰਦਿੱਤਾ ਜੀ ਬਾਬਾ ਹੀ ਹੈ, ਜਾਹਰ ਪੀਰ ਜਗਤ ਗੁਰ ਬਾਬਾ ਗੁਰੂ ਨਾਨਕ ਸਾਹਿਬ ਜੀ ਬਾਬਾ ਕਿਹਾ ਹੈ। ਹੁਣ ਇਹਦਾ ਮਤਲਬ ਇਹ ਹੋ ਗਿਆ ਵੀ ਗੁਰੂ ਜੀ ਵੀ ਬਾਬਾ ਹੈ ਤੇ ਬਾਬਾ ਬੁੱਢਾ ਸਾਹਿਬ ਜੀ ਬਾਬਾ ਹੈ, ਤੇ ਮਤਲਬ ਉਹਨਾਂ ਨੂੰ ਬਾਬਾ ਨਹੀਂ ਕਹਿਣਾ ਬਣਦਾ, ਕਿਉਂਕਿ ਗੁਰੂ ਸਾਹਿਬ ਜੀ ਨੇ ਆਪਣੇ ਆਪ ਨੂੰ ਬਾਬਾ ਕਿਹਾ ਹੈ। ਪਤਾ ਨਹੀਂ ਉਹਨਾਂ ਦੀ ਕੀ ਸਾਧ ਸੰਗਤ ਜੀ ਵਿਦਵਤਾ ਹੈ, ਕੀ ਉਹਨਾਂ ਦੇ ਅੰਦਰ ਗੱਲ ਚੱਲਦੀ ਹੈ, ਕੀ ਉਹ ਲੋਕਾਂ ਨੂੰ ਸਮਝਾਉਣਾ ਚਾਹੁੰਦੇ ਹੈ। ਕਹਿੰਦੇ ਸੰਤ ਸ਼ਬਦ ਨਹੀਂ ਵਰਤਣਾ ਹੈ। ਸੰਤ ਇਵੇਂ ਇਹ ਲੋਕ ਹੁਣ ਦੀ ਟੋਲੀ ਨੇ ਲਾਇਆ ਹੋਇਆ ਆਪਣੇ ਨਾਮ ਨਾਲ, ਪਰ ਸਾਧ ਸੰਗਤ ਜੀ ਉਹਨਾਂ ਨੂੰ ਪੁੱਛਣ ਵਾਲਾ ਹੋਵੇ ਵੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਪ੍ਰੋਫੈਸਰ ਵੀ ਕਿੱਥੇ ਲਿਖਿਆ ਹੈ, ਕਿੱਥੇ ਲਿਖਿਆ ਵੀ ਪ੍ਰੋਫੈਸਰ ਬਣ ਜਾਓ। ਮਹਾਰਾਜ ਨੇ ਫਿਰ ਪ੍ਰੋਫੈਸਰ ਸ਼ਬਦ ਵੀ ਨਹੀਂ ਲਾਇਆ ਹੈ ਕਿਤੇ, ਜੇ ਸੰਤ ਨਹੀਂ ਲਾਉਣਾ ਹੈ। ਐਵੇਂ ਉਹ ਗੱਲਾਂ ਤੇ ਕਰ ਲੈਂਦੇ ਆ, ਪਰ ਆਪਣੀ ਗੱਲ ਦੇ ਥੱਲੇ ਆਪ ਹੀ ਆ ਜਾਂਦੇ ਆ। ਭਾਈ ਸਾਹਿਬ ਜੀ ਕਹਿੰਦੇ ਸੰਤਨ ਸੋ ਹਿਤ ਅਤ, ਜਿਹੜੇ ਪਰਮੇਸ਼ਰ ਦੇ ਪਿਆਰੇ ਸੰਤ ਹੈ ਉਹਨਾਂ ਕਮਾਈ ਵਾਲਿਆਂ ਨਾਲ ਮੇਰੇ ਗੁਰੂ ਜੀ ਦਾ ਵਿਦਿਆ ਦਾਤੇ ਦਾ ਬੜਾ ਪ੍ਰੇਮ ਸੀ। ਸੰਤ ਸਿੰਘ ਨਾਮ ਹੈ, ਉਹਨਾਂ ਦਾ ਜਿਹੜਾ ਨਾਮ ਹੈ ਸੰਤ ਸਿੰਘ ਹੈ। ਉਹ ਬੜੇ ਸ਼ਾਂਤ ਸੁਭਾਅ ਵਾਲੇ ਸੀ, ਕਮਾਈ ਵਾਲੇ ਸੀ। ਮਹਾਰਾਜਾ ਰਣਜੀਤ ਸਿੰਘ ਨਾਲ ਅਤ ਦਾ ਪ੍ਰੇਮ ਸੀ ਉਹਨਾਂ ਦਾ। ਤੇ ਫਿਰ ਭਾਈ ਸੂਰਤ ਸਿੰਘ ਜੋ ਦਮਦਮੀ ਟਕਸਾਲ ਦੇ ਤੀਸਰੇ ਮੁਖੀ ਹੋਏ ਹੈ, ਉਹਨਾਂ ਦੇ ਪੁੱਤਰ ਹੋਏ ਭਾਈ ਸੰਤ ਸਿੰਘ ਜੀ। ਵੱਡਾ ਭਰਾ ਭਾਈ ਗੁਰਦਾਸ ਸਿੰਘ ਉਹ ਚੌਥੇ ਮੁਖੀ ਦਮਦਮੀ ਟਕਸਾਲ ਦੇ। ਪੰਜਵੇਂ ਮੁਖੀ ਭਾਈ ਸੰਤ ਸਿੰਘ ਜੀ। ਭਾਈ ਸੂਰਤ ਸਿੰਘ ਉਹ ਜਿਨ੍ਹਾਂ ਨੇ ਭਾਈ ਮਣੀ ਸਿੰਘ ਜੀ ਦੀ ਜਦੋਂ ਸ਼ਹੀਦੀ ਹੋਣ ਲੱਗੀ ਸੀ ਤੇ ਜ਼ਕਰੀਆ ਖਾਨ ਕਹਿੰਦਾ ਸੀ 5000 ਰੁਪਇਆ ਰੱਖੋ ਇੱਥੇ ਮਣੀ ਸਿਆਂ, ਫਿਰ ਬਖਸ਼ਾਂਗੇ, ਫਿਰ ਛੱਡ ਦਿਆਂਗੇ। ਭਾਈ ਮਣੀ ਸਿੰਘ ਜੀ ਕਹਿੰਦੇ ਤੈਨੂੰ 5000 ਕਾਹਦਾ ਦਈਏ, ਤੂੰ ਹੀ ਲੱਖਪਤ ਰਾਏ ਨੂੰ ਭੇਜਣ ਵਾਲਾ ਹੈ, 5000 ਕੋਈ ਹੈ ਨਹੀਂ ਤੇਰੇ ਵਾਸਤੇ। ਤੇ ਇਹ ਕਹਿੰਦਾ ਫਿਰ ਮਰਨ ਲਈ ਤਿਆਰ ਹੋ ਜਾਓ, ਕਤਲ ਕੀਤੇ ਜਾਓਗੇ। ਭਾਈ ਸੂਰਤ ਸਿੰਘ ਹੋਣੀ ਕਹਿਣ ਲੱਗੇ, ਜੋ ਸਾਧ ਸੰਗਤ ਜੀ ਭਾਈ ਸੰਤ ਸਿੰਘ ਦੇ ਪਿਤਾ ਜੀ ਸਨ, ਕਹਿੰਦੇ ਜ਼ਕਰੀਆ ਖਾਨ 5000 ਤੈਨੂੰ ਦੇ ਦਿੰਦੇ ਆ। ਭਾਈ ਮਣੀ ਸਿੰਘ ਬੜੇ ਕਰਨੀ ਵਾਲੇ ਸੰਤ, ਤੂੰ ਇਹਨਾਂ ਨੂੰ ਛੱਡ ਦੇ। ਭਾਈ ਮਣੀ ਸਿੰਘ ਕਹਿੰਦੇ ਇਹਨੂੰ ਦੁਸ਼ਟ ਨੂੰ ਕੋਈ ਪੈਸਾ ਨਹੀਂ ਦੇਣਾ ਆਸਾਨ ਹੈ, ਇਹਨੇ ਜੋ ਕਰਨਾ ਕਰੇ, ਇੱਕ ਧੇਲਾ ਨਹੀਂ ਹੈ ਗੁਰੂ ਘਰ ਦਾ ਦੇ ਵਾਸਤੇ। ਫਿਰ ਭਾਈ ਮਣੀ ਸਿੰਘ ਨੇ ਸ਼ਹੀਦੀ ਦਿੱਤੀ ਸੀ। ਉਹ ਭਾਈ ਸੂਰਤ ਸਿੰਘ ਜਿਹੜੇ ਭਾਈ ਤਾਰੂ ਸਿੰਘ ਦੇ ਸਮੇਂ ਵੀ ਉੱਥੇ ਹੀ ਸਨ ਸਾਧ ਸੰਗਤ ਜੀ, ਉਹਨਾਂ ਦੇ ਸਪੁੱਤਰ ਹੋਏ ਭਾਈ ਸੰਤ ਸਿੰਘ ਜੋ ਮਹਾਨ ਕਰਨੀ ਵਾਲੇ ਸਨ। ਕਵੀ ਸਾਹਿਬ ਜੀ ਕਹਿੰਦੇ ਮੇਰੇ ਵਿਦਿਆ ਦਾਤੇ ਦਾ ਨਾਮ ਸੰਗਤ ਜੀ ਸੰਤ ਸਿੰਘ ਸੀ। ਸੁਜਨ ਦਿਆਲ ਧੀਰ, ਫਿਰ ਉਹ ਸ੍ਰੇਸ਼ਟ ਜਨ ਸਨ, ਬੜੇ ਦਿਆਲੂ ਕਿਰਪਾਲੂ ਸਨ, ਵੱਡੀ ਧੀਰਜ ਦੇ ਮਾਲਕ ਸੀ। ਧਰਮ ਵਿਸਾਲ ਧਰ, ਫਿਰ ਉਹਨਾਂ ਨੇ ਵੱਡਾ ਜਿਹੜਾ ਧਰਮ ਹੈ ਨਾ ਉਹਨੂੰ ਧਾਰਨ ਕੀਤਾ ਹੈ। ਜੋ ਗੁਰੂ ਕਾ ਧਰਮ ਹੈ ਖਾਲਸਾ ਪੰਥ, ਉਸ ਨੂੰ ਧਾਰਨ ਕੀਤਾ ਹੈ। ਪਿਤਾ ਵੀ ਕਮਾਈ ਵਾਲੇ, ਭਾਈ ਗੁਰਦਾਸ ਜੀ ਵੱਡੇ ਭਰਾ ਵੀ ਕਮਾਈ ਵਾਲੇ, ਆਪ ਵੀ ਕਮਾਈ ਵਾਲੇ, ਵੱਡੇ ਧਰਮ ਦੇ ਧਾਰਨੀ ਸਨ। ਜਾਸ ਪੈਸ ਬਾਲ ਹੂੰ, ਭਾਈ ਸਾਹਿਬ ਜੀ ਕਹਿੰਦੇ ਹੈ ਭਾਈ ਸੰਤ ਸਿੰਘ ਮੇਰੇ ਵਿਦਿਆ ਦਾਤੇ ਜਿਹੜੇ ਨਾ ਬਚਪਨ ਤੋਂ ਹੀ ਬਾਲ ਉਮਰਾਂ ਵਿੱਚ ਹੀ ਤੇ ਭਜਨ ਸੁਕਾਮ ਹੈ। ਜਾਸ ਬੈਸ ਬਾਲ ਹੂੰ ਤੇ ਭਜਨ ਸੋ ਕਾਮ ਹੈ। ਕਹਿੰਦੇ ਮੇਰੇ ਵਿਦਿਆ ਦਾਤੇ ਨੂੰ ਭਜਨ ਨਾਲ ਹੀ ਕੰਮ ਸੀ, ਭਾਵ ਸਿਮਰਨ ਦੇ ਨਾਲ ਹੀ ਕੰਮ ਸੀ। ਬਚਪਨ ਵਿੱਚ ਹੀ ਜਿਵੇਂ ਧਰੂ ਭਗਤ ਜੀ, ਪ੍ਰਹਲਾਦ ਭਗਤ ਜੀ ਬਚਪਨ ਤੋਂ ਹੀ ਭਗਤੀ ਵਿੱਚ ਲੱਗ ਗਏ ਸਨ, ਇਸੇ ਤਰ੍ਹਾਂ ਹੀ ਮੇਰੇ ਗੁਰੂ ਵੀ ਭਜਨ ਨਾਲ ਹੀ ਉਹਨਾਂ ਨੂੰ ਕੰਮ ਸੀ।
ਅਵਰ ਕਾਜ ਤੇਰੇ ਕਿਤੇ ਨਾ ਕਾਮ। ਉਹਨਾਂ ਦੀ ਇਹ ਅਵਸਥਾ ਸੀ, ਹੋਰ ਕੰਮਾਂ ਨੂੰ ਨਹੀਂ ਸੀ ਮੰਨਦੇ। ਜਾਕ ਚਰਨ ਉਦਕ ਕੀ ਬੂੰਦ ਮੈਂ ਬਦਨ ਪਾਏ। ਜਿਸ ਆਪਣੇ ਵਿਦਿਆ ਦਾਤੇ ਦੇ ਆ ਚਰਨਾਂ ਦੀ ਬੂੰਦ ਪਾ ਕੇ ਮੁੱਖ ਵਿੱਚ, ਆਪਣੇ ਮੁੱਖ ਵਿੱਚ ਬੂੰਦ ਪਾ ਕੇ, ਇਹਦਾ ਮਤਲਬ ਇਹ ਨਹੀਂ ਹੈ ਕਿ ਚਰਨ ਉਦਕ ਵੀ ਚਰਨਾਂ ਦਾ ਜਲ ਪੌਲ ਲੈ ਕੇ, ਕਿਉਂਕਿ ਭਾਈ ਸਾਹਿਬ ਜੀ ਨੇ ਗੁਰੂ ਮਹਾਰਾਜ ਦਾ ਖੰਡੇ ਬਾਟੇ ਦਾ ਅੰਮ੍ਰਿਤ ਛਕਿਆ ਸੀ ਤੇ ਭਾਈ ਸੰਤ ਸਿੰਘ ਵੀ ਪੂਰਨ ਸੰਤ ਸਨ ਤੇ ਉਹਨਾਂ ਨੇ ਤੇ ਆਪਣੀ ਕੋਈ ਚਰਨਾਂ ਦੀ ਪੌਲ ਤੇ ਸਿੱਖ ਕਿਸੇ ਨੂੰ ਦੇਣੀ ਨਹੀਂ ਹੈ, ਆਪਣੇ ਸ਼ਾਗਿਰਦ ਨੂੰ ਵੀ। ਕਹਿਣ ਦਾ ਮਤਲਬ ਉਹਨਾਂ ਦੇ ਚਰਨਾਂ ਦੀ ਪ੍ਰੀਤੀ ਰੂਪੀ ਜਿਹੜੀ ਬੂੰਦ ਹੈ, ਉਹਨਾਂ ਨਾਲ ਜਿਹੜਾ ਕਹਿੰਦੇ ਸੀ ਪ੍ਰੇਮ ਪਾਇਆ ਹੈ, ਜਿਹੜਾ ਉਹਨਾਂ ਸਾਡੇ ਨਾਲ ਪ੍ਰੇਮ ਪਾਇਆ ਹੈ, ਉਹ ਪ੍ਰੇਮ ਦੀ ਪ੍ਰੀਤੀ ਰੂਪੀ ਬੂੰਦ ਮੁੱਖ ਵਿੱਚ ਪਾ ਕੇ ਸਮਤ ਸਾਧਨ ਭਇਓ। ਕਹਿੰਦੇ ਮੈਂ ਤੇ ਭਾਈ ਹੈ, ਮੈਂ ਤੇ ਸ੍ਰੇਸ਼ਟ ਮੱਤ ਦਾ ਅਧਿਕਾਰੀ ਬਣ ਗਿਆ ਹਾਂ। ਮੈਨੂੰ ਸ੍ਰੇਸ਼ਟ ਮੱਤ ਗੁਰੂ ਦੀ ਮੱਤ ਬਖਸ਼ ਦਿੱਤੀ ਹੈ। ਉਸ ਮੱਤ ਸ੍ਰੇਸ਼ਟ ਦਾ ਮੈਂ ਤੇ ਮਹਿਲ ਵੱਡਾ ਘਾਰੀ ਬਣ ਗਿਆ ਹਾਂ। ਕਦਨ ਬਿਰਾਮ ਹੈ ਤੇ ਜਿਹੜਾ ਆਰਾਮ ਕਰਨਾ ਹੈ ਉਹਨੂੰ ਤੇ ਕਹਿੰਦੇ ਮੈਂ ਕੱਟ ਹੀ ਦਿੱਤਾ ਹੈ। ਬੇਰਾਮ, ਇੱਕ ਤੇ ਹੁੰਦਾ ਆਰਾਮ, ਇੱਕ ਹੁੰਦਾ ਬੇਆਰਾਮ। ਕਹਿੰਦੇ ਬੇਆਰਾਮਾ ਭਾਵ ਅਣਥੱਕ ਮੈਂ ਹੋ ਗਿਆ, ਹੁਣ ਮੈਨੂੰ ਆਰਾਮ ਕਰਨ ਦੀ ਜ਼ਰੂਰਤ ਨਹੀਂ ਹੈ। ਅਸੀਂ ਤੇ ਇੱਧਰੋਂ ਖਾਂਦੇ ਹਾਂ ਇੱਧਰੋਂ ਡਿੱਗਦੇ ਹਾਂ, ਇੱਧਰੋਂ ਖਾਂਦੇ ਹਾਂ ਇੱਧਰੋਂ ਡਿੱਗਦੇ ਹਾਂ। ਥੋੜ੍ਹਾ ਜਿਹਾ ਕੰਮ ਕਰ ਲਿਆ ਫਿਰ ਡੇਪੇ ਬਣਾਓ ਚਾਹ। ਕਹਿੰਦੇ ਮੈਂ ਤੇ ਭਾਈ ਆਪਣੇ ਗੁਰੂ ਜੀ ਪਾਸੋਂ ਉਹਨਾਂ ਦੇ ਪ੍ਰੀਤੀ ਚਰਨਾਂ ਦੀ ਲੈ ਕੇ ਬੂੰਦ ਤੇ ਬੜਾ ਸਿਆਣਾ ਹੋ ਗਿਆ ਤੇ ਬੇਰਾਮ ਹੁਣ ਅਣਥੱਕ ਹੋ ਗਿਆ। ਹੁਣ ਮੈਂ ਥੱਕਦਾ ਹੀ ਨਹੀਂ ਹਾਂ, ਹਰ ਵਕਤ ਗੁਰੂ ਦਾ ਨਾਮ ਜਪਦਾ ਹਾਂ। ਇਹਦੇ ਕਵੀ ਸਾਹਿਬ ਜੀ ਦੀ ਸਾਧ ਸੰਗਤ ਜੀ ਵਿਦਵਤਾ ਤੋਂ ਹੀ ਪਤਾ ਲੱਗਦਾ ਹੈ। ਇੱਕ ਕਵਿਤਾ ਨਹੀਂ ਅਸੀਂ ਲਿਖ ਸਕਦੇ, 14 ਪੋਥੀਆਂ ਲਿਖੀਆਂ, ਉਹ ਲਿਖੀਆਂ ਕਿਹਦੀਆਂ ਹੈ? ਜੋ ਪਰਮੇਸ਼ਰ ਰੂਪ ਗੁਰੂ ਮਹਾਰਾਜ ਹੈ ਉਹਨਾਂ ਦੇ ਇਤਿਹਾਸ ਦੀਆਂ। ਆਤਮ ਪ੍ਰਾਣ ਜਿਹੜਾ ਬੜਾ ਕਠਿਨ ਹੈ ਉਹਦਾ ਅਨੁਵਾਦ ਕੀਤਾ, ਵਾਲਮੀਕੀ ਰਮਾਇਣ ਦਾ ਅਨੁਵਾਦ ਕੀਤਾ ਤੇ ਸ੍ਰੀ ਗੁਰੂ ਨਾਨਕ ਪ੍ਰਕਾਸ਼ ਇਹ ਗ੍ਰੰਥ ਲਿਖਿਆ ਹੈ ਜਿਹਦੀ ਕਥਾ ਆਪਾਂ ਆਰੰਭ ਕੀਤੀ ਹੈ। ਗੁਰਪ੍ਰਤਾਪ ਸੂਰਜ ਗ੍ਰੰਥ ਦਸੇ ਗੁਰੂ ਸਾਹਿਬਾਨਾਂ ਦਾ ਇਤਿਹਾਸ, ਸ੍ਰੀ ਜਪਜੀ ਸਾਹਿਬ ਦਾ ਗਰਭਗੰਜਨੀ ਸਟੀਕ ਲਿਖਿਆ ਹੈ। ਜਿਹੜਾ ਉਹ ਵਿਦਵਾਨਾਂ ਨੇ ਤਾਨਾ ਜਿਹਾ ਮਾਰਿਆ ਸੀ ਨਾ ਵੀ ਤੁਹਾਡੇ ਗੁਰਾਂ ਨੇ ਉਹ ਬਾਣੀ ਤੇ ਜਪਜੀ ਸਾਹਿਬ ਉਚਾਰੀ ਹੈ ਪਰ ਉਹਦੇ ਵਿੱਚ ਕੋਈ ਅਲੰਕਾਰ ਨਹੀਂ ਹੈ। ਕਵੀ ਸਾਹਿਬ ਜੀ ਕਹਿੰਦੇ ਵੀ ਕਿਉਂ ਨਹੀਂ ਅਲੰਕਾਰ? ਕਹਿੰਦੇ ਅਸੀਂ ਕਿਵੇਂ ਮੰਨੀਏ? ਭਾਈ ਸੰਤੋਖ ਸਿੰਘ ਜੀ ਨੇ ਗੁਰੂ ਮਹਾਰਾਜ ਦੇ ਚਰਨਾਂ ਦਾ ਧਿਆਨ ਧਰ ਕੇ ਤੇ ਸਾਧ ਸੰਗਤ ਜੀ ਫਿਰ ਉਹ ਗਰਭਗੰਜਨੀ ਸਟੀਕ ਲਿਖੀ, ਟੀਕਾ ਲਿਖਿਆ ਜਪਜੀ ਸਾਹਿਬ ਦਾ। ਉਹ ਤੇ ਜਿਹੜਾ ਕੋਈ ਵਿਦਾਂਤ ਪੜ੍ਹਿਆ ਹੋਵੇ, ਕੋਈ ਸੰਤਾਂ ਮਹੰਤਾਂ ਕੋਈ ਵਿੱਦਿਆ ਲਈ ਹੋਵੇ ਉਹੀ ਉਹਨੂੰ ਪੜ੍ਹ ਸਕਦਾ ਹੈ। ਅਤੇ ਉਹਦਾ ਨਾਮ ਰੱਖਿਆ ਗਰਭਗੰਜਨੀ। ਗਰਭ ਕਹੀਦਾ ਹੰਕਾਰ ਨੂੰ ਅਤੇ ਗੰਜਣੀ ਕਹੀਦਾ ਕੱਟ ਦੇਣਾ। ਜਿਸ ਟੀਕਾ ਐਸਾ ਲਿਖਿਆ ਭਾਈ ਸਾਹਿਬ ਜੀ ਨੇ, ਵੱਡੇ ਵੱਡੇ ਵਿਦਵਾਨਾਂ ਦਾ ਹੰਕਾਰ ਕੱਟਿਆ ਜਾਂਦਾ ਹੈ। ਉਹ ਪੜ੍ਹ ਕੇ ਹੈਰਾਨ ਹੋ ਜਾਂਦੇ ਵੀ ਇਹੋ ਜਿਹੇ ਵਿਦਵਾਨ ਅਸੀਂ ਵੀ ਨਹੀਂ ਹਾਂ। ਐਸੀ ਕਰਨੀ ਦੇ ਮਾਲਕ ਭਾਈ ਸੰਤੋਖ ਸਿੰਘ ਜੀ ਕਹਿੰਦੇ ਭਾਈ ਮੈਂ ਤੇ ਹੁਣ ਆਰਾਮ ਨੂੰ ਬਿਲਕੁਲ ਹੀ ਕੱਟ ਦਿੱਤਾ, ਅਣਥੱਕ ਹੋ ਗਿਆ, ਹੁਣ ਨਹੀਂ ਮੈਂ ਥੱਕਦਾ। ਤਾਕ ਅਰਬਿੰਦ ਪਦ ਸੁੰਦਰ ਮੁਕੰਦ ਦੰਦ। ਮੇਰੇ ਵਿਦਿਆ ਦਾਤੇ ਦੇ ਅਰਬਿੰਦ ਕਹੀਏ ਜਿਹੜੇ ਚਰਨ ਕਮਲ ਹੈ। ਦੁੰਦ ਨੂੰ ਜਿਹੜਾ ਅਰਥ ਵਾਸਤੇ ਅਰਬਿੰਦ ਲਾਗੇ ਲੈ ਆਉਣਾ ਹੈ ਅਤੇ ਕਹਿਣਾ ਹੈ ਇਸ ਤਰ੍ਹਾਂ ਅਰਥ ਕਰਨਾ ਵੀ ਤਾਂ ਕਿ ਦੁੰਦ ਅਰਬਿੰਦ ਜਾਂ ਅਰਬਿੰਦ ਦੁੰਦ, ਉਹਨਾਂ ਦੇ ਜਿਹੜੇ ਚਰਨ ਕਮਲ ਹੈ ਦੋਵੇਂ ਕਹਿੰਦੇ ਬੜੇ ਸੁੰਦਰ ਹੈ, ਫਿਰ ਮੁਕਤੀ ਦੇ ਦਾਤੇ ਹਨ, ਮੁਕਤ ਕਰ ਦੇਣ ਵਾਲੇ ਹੈ। ਜਾਂ ਮੁਕੰਦ ਦੁੰਦ, ਦੁੰਦ ਦਾ ਅਰਥ ਹੁੰਦਾ ਵਿਰੋਧੀ, ਆਪੋ ਵਿੱਚ ਪਰਸਪਰ ਵਿਰੋਧੀ। ਜਿਵੇਂ ਸਰਦੀ ਦਾ ਵਿਰੋਧੀ ਗਰਮੀ ਹੈ, ਰਾਤ ਦਾ ਦਿਨ ਹੈ, ਇਵੇਂ ਮੁਕਤੀ ਦਾ ਵਿਰੋਧੀ ਕੀ ਹੈ? ਜੰਮਣ ਮਰਨ। ਕਹਿੰਦੇ ਮੇਰੇ ਜਿਹੜੇ ਉਸਤਾਦ ਜੀ ਹੈ ਉਹਨਾਂ ਦੇ ਚਰਨ ਕਮਲ ਬੜੇ ਸੁੰਦਰ ਹੈ ਦੋਵੇਂ, ਅਤੇ ਆਹ ਮੁਕਤੀ ਤੋਂ ਜਿਹੜਾ ਉਲਟਾ ਹੈ ਜੰਮਣ ਮਰਨ, ਇਸ ਤੋਂ ਰਹਿਤ ਕਰਕੇ ਤੇ ਮੁਕਤੀ ਦਾ ਦਾਨ ਬਖਸ਼ਣ ਵਾਲੇ ਹੈ।
ਬੰਦ ਕਰ ਬੰਧਨ ਸਦਾ ਮੈਂ ਸੁਖ ਧਾਮ ਹੈ। ਮੈਂ ਦੋਵੇਂ ਕਾਰ ਕਈਏ ਹੱਥਾਂ ਨੂੰ ਬੰਨ੍ਹ ਕਰਕੇ ਜੋੜ ਕਰਕੇ ਬੰਦਨਾ ਨਮਸਕਾਰ ਸਦਾ ਹੀ ਆਪਣੇ ਇਸ ਵਿਦਿਆ ਦਾਤੇ ਭਾਈ ਸੰਤ ਸਿੰਘ ਜੀ ਨੂੰ ਕਰਦਾ ਹਾਂ ਤੇ ਮੈਂ ਤੇ ਭਾਈ ਸੁੱਖਾਂ ਦਾ ਧਾਮ ਘਰ ਹੋ ਗਿਆ ਹਾਂ। ਮੇਰੇ ਵਿੱਚ ਹੁਣ ਸੁੱਖ ਹੀ ਸੁੱਖ ਹੈ, ਮੈਨੂੰ ਕੋਈ ਦੁੱਖ ਨਹੀਂ ਹੈ। ਨਹੀਂ ਤੇ ਸੁੱਖ ਦੀਆਂ ਪੰਡਾਂ ਖੁੱਲੀਆਂ ਦੁੱਖ ਨਾ ਨਿਕਲਿਓ ਕੋਈ। ਸਾਡੀ ਤੇ ਇਹੋ ਜਿਹੀ ਹਾਲਤ ਹੈ, ਕੋਈ ਕਹਿ ਦੇ ਵੀ ਆ ਦੋ ਜਾਣੇ ਬੈਠ ਜਾਣ ਤੇ ਕਹਿ ਦੇ ਵੀ ਮੈਂ ਤੇ ਜੀ ਮੈਨੂੰ ਬੁਖਾਰ ਹੈ, ਅਗਲਾ ਕਹਿੰਦਾ ਮੈਨੂੰ ਤੇ ਟਾਈਫਾਇਡ ਹੈ। ਜੇ ਉਹਨੇ ਕਹਿਤਾ ਮੈਨੂੰ ਟਾਈਫਾਇਡ, ਉਹ ਕਹਿੰਦਾ ਮੈਨੂੰ ਕੈਂਸਰ ਹੈ। ਮਤਲਬ ਦੁੱਖ ਖੁੱਲੀ ਜਾਂਦੇ ਹੈ। ਕਈ ਗੱਲਾਂ ਕਰਦੇ ਹੋਣਗੇ, ਉਹ ਕਹਿਣਗੇ ਆਪਣੀ ਗੱਲ ਤਾਂ ਅਗਲਾ ਕਹੋ ਹੁਣ ਮੇਰੀ ਸੁਣ। ਤੈਨੂੰ ਮੈਂ ਦੱਸ ਹੀ ਨਹੀਂ ਸਕਦਾ ਮੈਂ ਕਿੰਨਾ ਦੁਖੀ ਆਪਣੇ ਘਰ ਵਿੱਚ। ਦੁੱਖ ਦੀਆਂ ਪੰਡਾਂ ਨਿਕਲੀਆਂ ਸੁੱਖ ਨਾ ਨਿਕਲਿਓ ਕੋਈ। ਸਾਡੀ ਇਹ ਹਾਲਤ ਹੈ। ਭਾਈ ਸਾਹਿਬ ਜੀ ਕਹਿੰਦੇ ਭਾਈ ਮੈਂ ਤੇ ਸਦਾ ਹੀ ਆਪਣੇ ਗੁਰੂ ਵਿਦਿਆ ਦਾਤੇ ਦੇ ਚਰਨਾਂ ਵਿੱਚ ਨਮਸਕਾਰ ਕਰਦਾ ਹੱਥ ਜੋੜ ਕੇ, ਜਿਨ੍ਹਾਂ ਨੇ ਮੈਨੂੰ ਗੁਰੂ ਕੀ ਸਿੱਖਿਆ ਨਾਲ ਮਿਲਾ ਦਿੱਤਾ ਹੈ। ਮੈਂ ਗੁਰੂ ਜੀ ਦਾ ਇਤਿਹਾਸ ਲਿਖਣ ਜੋਗਾ ਹੋਇਆ ਤੇ ਮੈਨੂੰ ਤੇ ਸੁੱਖਾਂ ਦਾ ਘਰ ਹੀ ਕਰ ਦਿੱਤਾ ਹੈ। ਐਸੇ ਮੇਰੇ ਵਿਦਿਆ ਦਾਤੇ ਭਾਈ ਸੰਤ ਸਿੰਘ ਜੀ ਹਨ, ਜਿਨ੍ਹਾਂ ਦਾ ਨਾਮ ਵੀ ਸੰਤ ਹੈ ਵੀ ਪੂਰਨ ਸੰਤ, ਸਮਦਰਸ਼ੀ, ਤਿਆਗੀ, ਨਿਮਰਤਾ ਵਾਲੇ, ਸ਼ਾਂਤ ਚਿੱਤ ਤੇ ਸਿਮਰਨ ਕਰਨ ਵਾਲੇ ਹਰ ਸਵਾਸ ਸਵਾਸ। ਐਸੇ ਕਹਿੰਦੇ ਮੈਂ ਆਪਣੀ ਵਿਦਿਆ ਦਾ ਨਮਸਕਾਰ ਕਰਦਾ ਹਾਂ। ਇਸ ਤਰ੍ਹਾਂ ਸਾਧ ਸੰਗਤ ਜੀ ਵਿਦਿਆ ਦਾਤੇ ਦਾ ਮੰਗਲ ਭਾਈ ਸਾਹਿਬ ਜੀ ਨੇ ਕੀਤਾ ਹੈ। ਸ਼ਾਸਤਰਾਂ ਦੀ ਮਰਿਆਦਾ ਨੂੰ ਕਾਇਮ ਰੱਖਦਿਆਂ ਹੋਇਆਂ ਆਪਣੇ ਗੁਰੂ ਦਾ ਸਤਿਕਾਰ ਕੀਤਾ ਹੈ। ਸਤਿਕਾਰ ਕੀਤਾ ਹੈ। ਇਸ ਤਰ੍ਹਾਂ ਸਾਧ ਸੰਗਤ ਜੀ ਹੁਣ ਆਪਾਂ ਜਿਹੜੀ ਇਹ ਮੰਗਲਾਂ ਦੀ ਕਥਾ ਸੰਪੂਰਨ ਹੋ ਗਈ ਹੈ। ਅੱਗੇ ਜਿਹੜਾ ਵਾਹਿਗੁਰੂ ਨਾਮ ਦਾ ਮੰਤਰ ਹੈ ਜੋ ਕਵੀ ਸਾਹਿਬ ਜੀ ਨੇ ਅੰਮ੍ਰਿਤ ਛਕ ਕੇ ਪੰਜ ਪਿਆਰੇ ਸਾਹਿਬਾਨਾਂ ਤੋਂ ਪ੍ਰਾਪਤ ਕੀਤਾ ਸੀ, ਉਸ ਵਾਹਿਗੁਰੂ ਨਾਮ ਦੀ ਮਹਿਮਾ ਕਵੀ ਸਾਹਿਬ ਜੀ ਅਗਲੇ ਮੰਗਲਾਂ ਵਿੱਚ ਕਰਨਗੇ। ਮੰਗਲਾਂ ਵਿੱਚ ਕਵੀ ਸਾਹਿਬ ਜੀ ਮਹਿਮਾ ਕਰਨਗੇ, ਉਹ ਆਪਾਂ ਆਉਣ ਵਾਲੇ ਦੀਵਾਨਾਂ ਵਿੱਚ ਸਰਵਣ ਕਰਾਂਗੇ। ਹੁਣ ਸਮੇਂ ਦੇ ਲਿਹਾਜ਼ ਨਾਲ ਇੱਥੇ ਸਮਾਪਤੀ ਕਰੀਏ ਜੀ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਗੁਰੂ ਕੀ ਸੰਗਤ ਬਖਸ਼ਨਾਰੇ ਬਖਸ਼ ਲੈਣਾ ਜੀ। ਭੁੱਲਾਂ ਚੁੱਕਾਂ ਦੀ ਖਿਮਾ ਵਿਚਾਰਾਂ ਦੀ ਸਮਾਪਤੀ ਕਰੀਏ ਜੀ। ਤਾਂ ਕਿ ਅਰਬਿੰਦ ਪਦ ਸੁੰਦਰ ਮੁਕੰਦ ਤੁੰਦ, ਬੰਦ ਕਰ ਬੰਧਨ ਸਦਾ ਮੈਂ ਸੁਖ ਧਾਮ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਭੰਜਨ ਗੁਣਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੈ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨਹਾਰ, ਹੇ ਸੰਤ ਹੈ ਕੈ ਸਦਾ ਸੰਗ ਨਿਦਾਰਾ ਆਧਾਰ, ਹੇ ਠਾਕੁਰ ਹੋ ਦਾਸਰੋ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀਜੈ ਨਾਮ ਦਾਨ ਰਾਖੋ ਹਿਐ ਬਰੋਇ, ਆਏ ਪ੍ਰਭ ਸਰਨਾਗਤੀ ਕਿਰਪਾ ਨਿਧ ਦਿਆਲ, ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ, ਵਾਹਿਗੁਰੂ ਨਾਮ ਜਹਾਜ ਹੈ ਚੜ੍ਹੇ ਸੋ ਉਤਰੈ ਪਾਰ, ਜੋ ਸਰਦਾ ਕਰ ਸੇਵੰਦੇ ਗੁਰ ਪਾਰ ਉਤਾਰਨ ਹਾਰ, ਕਥਾ ਦਿੱਤਾ ਪ੍ਰਤ ਹੋਤ ਹੈ ਸੁਣੋ ਸੋ ਸਿੰਘ ਸੁਜਾਨ, ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੇ ਕਲਿਆਣ, ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੇ ਕਲਿਆਣ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।